तुम्हारी गात नित तुम ही जानी नानक दास सदा कुर्बानी धर जियरे एक टेक तू लाहे बिडानी आस नानक नाम ध्याईऐ कारज आवे रास नानक नाम ध्याईऐ कारज आवे रास सतनाम वाहिगुरु जी। श्री राग महला पहला घर तीजा। एहो तन धरती बीज कर्मा करो सलल आबाओ सारंग पानी मन किरसान हर हृदय जमाए लै इउं पावस पद निर्वाणी एहो तन धरती बीज कर्मा करो सलल अपाओ सारंग पानी मन किरसान हर हृदय जमाए लै इउं पावस पद निर्वाणी काहे गर्भस मूढ़े माया पित सुतो सगल कालतर माता तेरे होए न अंत सुखाया रहा बिखै बिकार दुष्ट किरखा करे इन तज आत्म होए त्याई जप तप संयम होए जब राखे कमल बिगसै मद आश्रम आई 20 सप्ताहरो बासरु संग्रह 3 खोड़ा नित काल सारै 10 18 में परमप्रु चीनै कह नानक इव एक तारै। वाहिगुरु जी का खालसा वाहिगुरु जी की फतेह। सत्कारियो गुरु दी साजी नवाजी साध संगत जी अमृत वेले तो सहबां दी सिफत हो रही है। 5 बाणियां दा नितनेम होया। जपजी साहिब का पाठ ब्रह्म अवस्था जाप साहिब दे विच परमेश्वर नूं आराधिया है। सवैयां दे विच दुनिया का नक्शा दिता भी दुनिया की है। महाराज कहंदे अंत को नांगे ही पाए पधारे। सवैयां विच विराग है। जो बंदा पढ़दा ना माते मतंग जरे जल संग अनूप तंग भी बड़े बड़े हाथियां दे मालक बड़े बड़े कोठियां दे मालक जिन्हां दियां बदियां छुड़दियां सी एडे एडे राजे ते की होया उन्हां दे नाल अंत को नांगे ही नंगे गए। अंत अगलियां कपड़े भी ला ले घड़ी भी ला ली बटुआ भी कढ़ लिया बैंक वाली कापी भी
ਤੇ ਫਿਰ ਜਦੋਂ ਵਿਰਾਗ ਆਉਂਦਾ ਨਾ ਬੰਦੇ ਨੂੰ, ਇੱਕ ਗੱਲ ਸੰਗਤੇ ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਕੋ ਬਹਿੰਦਾ ਹੀ ਉਹ ਹੈ ਜਿਹਦੇ ਅੰਦਰ ਸੱਟ ਆ, ਦੂਜਾ ਬੰਦਾ ਨਹੀਂ ਬਹੂਗਾ। ਤੇ ਮੁੱਖ ਵਾਕ ਵੀ ਨਹੀਂ ਸੁਣਦਾ ਪੂਰਾ, ਚੱਲ ਬਹਿ ਜਾ 2 ਮਿੰਟ, ਬਾਬੇ ਨੇ ਫਤਿਹ ਬੁਲਾਉਣੀ, ਫਿਰ ਉੱਠ ਵੀ ਵਿੱਚੇ ਹੀ ਤੁਰੇ ਫਿਰਦੇ ਆਪਕੋ ਸਤਨਾਮ। ਗੁਰੂ ਪਾਤਸ਼ਾਹ ਦਾ ਸ਼ਬਦ ਬੜਾ ਮਹਿੰਗਾ ਸੰਗਤੇ, ਕਦਰ ਨਹੀਂ ਅੱਜ ਕਿਸੇ ਨੂੰ। ਉੱਦਾਂ ਹੀ ਮੈਨੂੰ ਲੱਗਦਾ ਹੁੰਦਾ ਕਿ ਰਾ ਮਾਫ ਕਰਿਓ ਸੱਚੇ ਪਾਤਸ਼ਾਹ, ਮੈਨੂੰ ਮਾਫ ਕਰਨ, ਕਿ ਜਿੱਦਾਂ ਬੰਦਾ ਕਮਲਾ ਜਿਹਾ ਨਹੀਂ ਫਿਰਦਾ, ਵੀ ਚਿੰਤਾ ਝੋਰਿਆਂ 'ਚ ਆਪਾਂ ਤੁਰੇ ਫਿਰਦੇ ਕਮਲਿਆਂ ਜਿਹਾ ਮੂੰਹ ਘਰੋਂ ਕਹੀਦਾ ਚੱਲ ਗੁਰਦੁਆਰੇ ਮੱਥਾ ਹੀ ਟੇਕ ਆਈ, ਤੇ ਇੱਥੇ ਆ ਕੇ ਵੀ ਬੰਦਾ ਸੋਚਾਂ ਜੀ ਫਿਰ ਤੁਰ ਕੇ ਚੱਲ ਜਾਂਦਾ, ਪ੍ਰਸ਼ਾਦ ਛਕ ਕੇ ਪਤਾ ਲੱਗਦਾ ਹੀ ਕੁਝ ਨਹੀਂ। ਤੇ ਮਹਾਰਾਜ ਦੀ ਬਾਣੀ ਨੇ ਵੀ ਕਹਿਤਾ, ਫਿਰੈ ਜਿਉਂ ਬੇਤਾਲਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਰੋਂ ਵਿਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ। ਕਹਿੰਦੇ ਵੇਦਾਂ ਦੇ ਵਿੱਚ ਨਾਮ ਉੱਤਮ, ਪਰ ਇਹਨੂੰ ਸੁਣਦਾ ਨਹੀਂ ਹੈ, ਇਹ ਕਿੱਥੋਂ ਸੁਣੋ। ਤੁਹਾਰੇ ਕਹਿੰਦੇ ਫਿਰੇ ਜਿਉਂ ਬੇਤਾਲਿਆ, ਜਿੱਦਾਂ ਬੇਤਾਲਾ ਜਿਹਦਾ ਤਾਲ ਕੋਈ ਨਹੀਂ ਹੈ, ਉਹਦੇ ਵਾਂਗੂ ਫਿਰਦਾ ਹੈ। ਸੁਗਰੀਵ ਨੂੰ ਆਏ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵਰਤੀ ਹੈ। ਮਹਾਰਾਜ ਜੀ ਕਹਿੰਦੇ ਸਵਈਆਂ 'ਚ ਵਿਰਾਗ ਹੈ। ਤੇ ਅੱਗੇ ਫਿਰ ਬੇਨਤੀ ਚੌਪਈ ਸਾਹਿਬ ਦੇ ਵਿੱਚ ਬੇਨਤੀ ਹੈ। ਕੀ ਬੇਨਤੀ ਕੀਤੀ ਜਦੋਂ ਪਤਾ ਲੱਗ ਗਿਆ ਸਾਰਾ ਕੁਝ, ਹਮਰੀ ਕਰੋ ਹਾਲਤ ਹੈ ਪੂਰਨ ਹੋਏ ਚਿਤ ਕੀ ਇੱਛਾ। ਮਹਾਰਾਜ ਮੇਰੇ ਗਰੀਬ ਦੀਆਂ ਇੱਛਾ ਪੂਰੀਆਂ ਕਰ ਦਿਓ। ਅਗਲੀ ਪੰਕਤੀ 'ਚ ਕਿਹਾ, ਤਵ ਚਰਨਨ ਮਨ ਰਹੇ ਹਮਾਰਾ, ਬੋਲਿਆ ਕਰੋ ਜਿਨ੍ਹਾਂ ਨੂੰ ਆਉਣਾ। ਕਹਿੰਦੇ ਮੇਰਾ ਮਨ ਤੇਰੇ ਚਰਨਾਂ 'ਚ ਰਵੇ। ਮਨ ਕਿੱਥੇ ਚਰਨਾਂ 'ਚ? ਸਰੀਰ ਇਕੱਲਾ ਬੈਠਾ ਗੁਰਦੁਆਰੇ, ਮਨ ਤੇ ਪਤਾ ਨਹੀਂ ਕਿੱਥੇ ਵਿਚਾਰਾ ਤੁਰਿਆ ਫਿਰਦਾ, ਇਟਲੀ ਜਰਮਨ ਵੱਲ, ਕੋਈ ਕਿਤੇ ਬਾਜ਼ਾਰਾਂ 'ਚ ਫਿਰਦਾ ਹੀ ਇਹ, ਕਿੱਥੇ ਆਖੇ ਲੱਗਦਾ। ਤੁਮਾਰੇ ਸੱਚੇ ਪਾਤਸ਼ਾਹ ਕਹਿੰਦੇ ਤਵ ਚਰਨਨ ਮਨ ਰਹੇ ਹਮਾਰਾ, ਕਿ ਮਹਾਰਾਜ ਮੇਰਾ ਮਨ ਤੁਸੀਂ ਆਪਣੇ ਕੋਲ ਰੱਖ ਲਓ। ਹੁਣ ਸਾਡਾ ਮਨ ਹੀ ਨਹੀਂ ਲੱਗਣ ਦਿਆ, ਤਾਈਓ ਅਸੀਂ ਪਰੇਸ਼ਾਨ ਆ ਸਾਰੇ। ਮਨ ਸਾਡਾ ਪੂਰੇ ਚੱਕਰ 'ਚ ਘੁੰਮਦਾ ਹੀ, ਕਦੇ ਬੱਚਿਆਂ ਵੱਲ ਚੱਲ ਜਾਂਦਾ, ਕਦੇ ਕੁੜੀਆਂ ਵੱਲ ਚੱਲ ਜਾਂਦਾ, ਕਦੇ ਪੋਤਿਆਂ ਵੱਲ, ਕਦੇ ਬੈਂਕ ਵੱਲ, ਇੱਦਾਂ ਹੀ ਘੁੰਮੀ ਜਾਂਦੇ। ਬਾਣੀ ਨੂੰ ਬਹੁਤ ਬਰੀਕੀ ਨਾਲ ਸਮਝਣਾ ਪੈਣਾ। ਹੁਣ ਸਾਰੀ ਦੁਨੀਆ ਪਾਠ ਕਰਾਉਂਦੀ ਆ, ਸੁਖਣਾ ਸੁਖਦੀ ਆ, ਪਰ ਪਾਠ ਦਾ ਮਤਲਬ ਨਹੀਂ ਆਪਾਂ ਨੂੰ ਪਤਾ। ਤੁਸੀਂ ਤਾਂ ਚਲੋ ਕਿਰਤੀ ਅਸੀਂ ਰੋਜ਼ ਕਰਦੇ, ਕਈਆਂ ਨੂੰ 25-25 ਸਾਲ ਹੋ ਗਏ ਨਿਤਨੇਮ ਕਰਦੇ ਆ, ਪਰ ਅਰਥ ਨਹੀਂ ਪਤਾ। ਫਿਰ ਵੀ ਚੱਲ ਬਾਣੀ ਦਾ ਸੁਭਾਅ ਹੈ। ਕਿਸੇ ਨੇ ਕਿਹਾ ਸੀ ਬਾਬਾ ਜੀ ਅਸੀਂ ਪਾਠ ਨਹੀਂ ਕਰਦੇ ਸੁਣਦੇ, ਸਾਨੂੰ ਪਤਾ ਨਹੀਂ ਲੱਗਦਾ। ਤੇ ਮਹਾਂਪੁਰਖ ਕਹਿੰਦੇ ਪਤਾ ਲੱਗੇ ਨਾ ਲੱਗੇ ਬਹਿ ਜਾ ਕਰੋ। ਕਹਿੰਦੇ ਜੀ ਉਹਦੇ ਨਾਲ ਕੀ ਹੋਊਗਾ? ਕਹਿੰਦੇ ਜਿਹੜਾ ਪੱਥਰ ਆ, ਪੱਥਰ ਤੇ ਪੱਥਰ ਹੀ ਆ, ਉਹਨੂੰ ਚਾਹੇ ਜਿੱਥੇ ਮਰਜ਼ੀ ਰੱਖ ਲਓ, ਆਪਾਂ ਪੱਥਰ ਹੀ ਆ। ਪਰ ਮਹਾਂਪੁਰਖ ਕਹਿੰਦੇ ਨਹੀਂ ਸੰਗਤੇ, ਪੱਥਰ 'ਚ ਵੀ ਫਰਕ ਹੈ। ਕਹਿੰਦੇ ਕਿਵੇਂ? ਕਹਿੰਦੇ ਜਿਹੜਾ ਪੱਥਰ ਪਾਣੀ ਦੇ ਵਿੱਚ ਭਿੱਜਾ ਵਾ ਨਾ, ਤੇ ਇੱਕ ਪੱਥਰ ਰਸਤੇ 'ਤੇ ਪਿਆ, ਦੋਵਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਕਹਿੰਦੇ ਕਿੱਦਾਂ? ਕਹਿੰਦੇ ਜਿਹੜਾ ਪੱਥਰ ਪਾਣੀ ਦੇ ਵਿੱਚ ਹੈ, ਇੱਕ ਤੇ ਲੋਕਾਂ ਦੇ ਠੇਡਿਆਂ ਤੋਂ ਬਚ ਜਾਂਦਾ, ਤੇ ਇੱਕ ਘੱਟੇ ਮਿੱਟੀ ਤੋਂ ਬਚ ਜਾਂਦਾ। ਜਿਹੜਾ ਪੱਥਰ ਬਾਹਰ ਹੈ ਉਹਦੇ ਉੱਤੇ ਘੱਟਾ ਮਿੱਟੀ ਤੇ ਲੋਕਾਂ ਦੇ ਠੇਡੇ। ਕਹਿਣ ਦਾ ਭਾਵ ਬਾਣੀ ਨਹੀਂ ਪੜ੍ਹਨੀ ਆਉਂਦੀ, ਨਹੀਂ ਸਮਝ ਆਉਂਦੀ, ਅਰਥ ਨਹੀਂ ਪਤਾ ਲੱਗਦੇ, ਬਹਿ ਜਾ। ਜਿੰਨਾ ਚਿਰ ਗੁਰੂ ਕੋਲ ਪਾਵਾਂਗੇ ਉਹਨਾਂ ਚਿਰ ਨਿੰਦਿਆ ਚੁਗਲੀ ਤੋਂ ਤੇ ਬਚਾਂਗੇ। ਕਿਉਂਕਿ ਚੁੱਪ ਕਰਕੇ ਤੇ ਬੈਠੇ ਹੀ ਆ ਨਾ, ਹੁਣ ਬਾਹਰ ਨਿਕਲ ਕੇ ਚੁੱਪ ਥੋੜ੍ਹਾ ਕਰਨਾ ਆਪਾਂ। ਪਤਾ ਨਹੀਂ ਕੀ ਮੂੰਹ 'ਚ ਆਉਣਾ, ਕੀ ਨਿੰਦਿਆ, ਕੀ ਗੱਲ ਹੋ ਜਾਣੀ ਫੋਨ 'ਤੇ। ਚੱਲ ਇੰਨਾ ਕੁ ਚਿਰ ਹੈ, ਕਹਿੰਦੇ ਪੱਥਰ ਪੱਥਰ ਹੀ ਆ, ਪਰ ਜਦੋਂ ਪਾਣੀ 'ਚ ਭਿੱਜਿਆ ਚਲੋ ਲੋਕਾਂ ਦੀਆਂ ਠੋਕਰਾਂ ਤੋਂ ਬਚ ਜਾਂਦਾ। ਤੋ ਇਸ ਕਰਕੇ ਮਾਰੇ ਕਹਿੰਦੇ ਤਵ ਚਰਨਨ ਮਨ ਰਹੇ ਹਮਾਰਾ। ਮਹਾਰਾਜ ਮੇਰਾ ਮਨ ਤੇ ਆਪਣੇ ਚਰਨਾਂ 'ਚ ਰੱਖਿਆ ਕਰ, ਵੀ ਮੈਂ ਘਰੇ ਵੀ ਹੋਵਾਂ, ਕੱਪੜੇ ਧੋਵਾਂ, ਪੱਠੇ ਪਾਵਾਂ, ਮੱਝਾਂ ਚਾਰਾਂ, ਖੇਤ ਮੋਟਰ ਚਲਾਵਾਂ, ਪਰ ਮੇਰਾ ਮਨ ਬੌਲੀ ਸਾਹਿਬ। ਹੁਣ ਅਸੀਂ ਬੌਲੀ ਸਾਹਿਬ ਰਹਿ ਕੇ ਵੀ ਸਾਡਾ ਮਨ ਨਹੀਂ ਇੱਥੇ। ਮਾਰੇ ਕਹਿੰਦੇ ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਣ ਕਰੋ ਪ੍ਰਤਪਾਰ। ਮਹਾਰਾਜ ਜਿੱਦਾਂ ਇੱਕ ਮਾਂ ਆਪਦਾ ਬੱਚਾ ਸਾਂਭਦੀ ਆ, ਗੁਰੂ ਅਰਜਨ ਸਾਹਿਬ ਸਾਨੂੰ ਬੱਚੇ ਸਮਝ ਕੇ ਸਾਂਭ ਲਿਓ।
ਅਸੀਂ ਤੇਰੇ ਬੱਚੇ ਹਾਂ। ਜਦੋਂ ਬੱਚੇ ਬਣ ਜਾਣਗੇ ਫਿਰ ਆਪੇ ਉਹਨੇ ਸਾਰਾ ਕੁਝ ਦੇਈ ਜਾਣਾ। ਉਹਨੂੰ ਪਤਾ ਹੀ ਇਹਨੂੰ ਕੀ ਚਾਹੀਦਾ, ਤੰਦਰੁਸਤੀ ਚਾਹੀਦੀ ਹੈ, ਪ੍ਰਸ਼ਾਦਾ ਚਾਹੀਦਾ, ਇਹਨੂੰ ਜੀਵਨ ਸਾਥੀ ਚਾਹੀਦਾ, ਇਹਨੂੰ ਕੋਠੀ ਕੱਢੀ ਚਾਹੀਦੀ ਹੈ, ਇਹਨੇ ਬਾਹਰ ਜਾਣਾ ਹੈ। ਜੋ ਵੀ ਮੰਗੇ ਠਾਕੁਰ, ਜੋ ਮੰਗੇ ਠਾਕੁਰ ਆਪਣੇ ਸੋਈ ਸੋਈ ਦੇਵੈ, ਸਾਰਾ ਕੁਝ ਮਿਲੂਗਾ। ਪਰ ਬੱਚਾ ਬਣ ਜਾ, ਆਪਣਾ ਜਾਣ ਕਰੋ ਪ੍ਰਤਪਾਰਾ। ਫਿਰ ਕੀ ਹੋਇਆ? ਹਮਰੇ ਦੁਸ਼ਟ ਸਭੈ ਤੁਮ ਕਾਵੋ। ਕਹਿੰਦੇ ਮਹਾਰਾਜ ਜੇ ਕੋਈ ਮੇਰਾ ਬੁਰਾ ਵੀ ਤੱਕਦਾ ਨਾ, ਮੈਨੂੰ ਡੇਗਣਾ ਚਾਹੁੰਦਾ ਵਾ, ਮੈਨੂੰ ਵੇਖ ਕੇ ਰੋਟੀ ਖਾਂਦੇ ਨੂੰ ਜਰਦਾ ਨਹੀਂ ਕੋਈ। ਇਹ 24 ਸਾਹਿਬ ਸਾਰਿਆਂ ਦੀਆਂ ਪ੍ਰੋਬਲਮਾਂ ਤੁਹਾਡੀਆਂ ਆਪਣੀਆਂ। ਕਹਿੰਦੇ ਹਮਰੇ ਦੁਸ਼ਟ ਸਭੈ ਤੁਮ ਕਾਵੋ। ਮਹਾਰਾਜ ਜਿਹੜੇ ਮੇਰੇ ਵਿਕਾਰ ਨੇ, ਜਾਂ ਉੱਦਾਂ ਕੋਈ ਮੇਰੇ ਨਾਲ ਲੱਗਦਾ ਹੈ, ਮੇਰਾ ਬੁਰਾ ਚਾਹੁੰਦਾ ਹੈ, ਤੇ ਉਹਨੂੰ ਤੂੰ ਹੀ ਸੰਭਾਲੀ। ਆਪ ਹਾਸਦੈ ਕਰੋ ਮੋਹੇ ਬਚਾਓ। ਮਹਾਰਾਜ ਮੈਨੂੰ ਬਚਾਉਣਾ ਕਰੋ। ਇਹ ਸੁਰਤੀ ਆ, ਸੁਰਤੀ। ਹੁਣ ਮੈਂ ਕਥਾ ਕਰ ਰਿਹਾ, ਸੁਰਤ ਰਹੂਗੀ ਤੇ ਨਹੀਂ ਤੇ ਵਿਸਰ ਜਾਣਾ, ਕਿਧਰ ਨੂੰ ਚੱਲ ਜਾਣਾ। ਇੱਦਾਂ ਹੀ ਬਾਣੀ ਆ। ਕਈ ਵਾਰੀ ਬੰਦਾ ਬੈਠਾ ਬੈਠਾ ਨਾ ਸੁਰਤ ਗਵਾਚ ਜਾਂਦੀ ਆ। ਗੁਰਦੁਆਰੇ ਦਾ ਮਤਲਬ ਹੀ ਸੁਰਤ ਆ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਜੇ ਤੁਸੀਂ ਜਵਾਬ ਦੇਈ ਜਾਓਗੇ ਤੁਹਾਨੂੰ ਪਤਾ ਲੱਗਦਾ ਹੈ ਨਾ ਵੀ ਕੀ ਸੁਣਾਉਂਦਾ ਹੈ। ਜਦੋਂ ਇੱਕ ਵਾਰੀ ਨੀਵੀਂ ਜੀ ਪੈ ਗਈ, ਇਹਨੇ ਭੱਜ ਜਾਣਾ, ਇਹਨੇ ਪਤਾ ਨਹੀਂ ਕਿੱਧਰ ਨੂੰ ਚੱਲ ਜਾਣਾ। ਫਿਰ ਬੰਦਾ ਕਹਿੰਦਾ ਹਾਂ ਗੁਰਦੁਆਰੇ ਬੈਠੇ ਆ, ਕਿੱਧਰ ਚਲੇ ਗਏ। ਇੰਨੀ ਛੇਤੀ ਦੌੜਦਾ। ਕਹਿੰਦੇ ਸਭ ਤੋਂ ਦੁਨੀਆ 'ਚ ਤੇਜ਼ ਦੌੜਨ ਵਾਲੀ ਕੋਈ ਚੀਜ਼ ਆ ਤੇ ਬੰਦੇ ਦਾ ਮਨ। ਜਪਜੀ ਸਾਹਿਬ ਸ਼ੁਰੂ ਕਰਾ ਜਾਂਦਾ, ਮੁੜ ਕੇ ਭੱਜ ਜਾਂਦਾ, ਤੇ ਆਉਂਦਾ ਉਦੋਂ ਜਦੋਂ ਕਹਿੰਦਾ ਸ਼ਲੋਕ ਪਵਨ ਗੁਰੂ ਬਾਣੀ ਪਿਤਾ। ਇਸੇ ਤਰ੍ਹਾਂ ਜਿਹੜੀ ਬਾਣੀ ਹੈ ਨਾ, ਇਹਨੂੰ ਜਦੋਂ ਭੇਜ ਕੇ ਪੜ੍ਹੋਗੇ ਸੁਰਤ ਜੁੜੂ। ਹੁਣ ਇੱਕ ਇੱਕ ਪੰਕਤੀ ਪੜ੍ਹੋ, ਉਹਦੇ ਅਰਥ ਸਟੀਕ ਲੈ ਆਓ। ਆਪਾਂ ਕਿਸੇ ਨਾਲ ਰੇਸ ਥੋੜ੍ਹਾ ਲਾਉਣੀ ਆ। ਜਪਜੀ ਸਾਹਿਬ ਦਾ ਸਟੀਕ ਪੜ੍ਹੋ, ਜਾਪ ਸਾਹਿਬ ਦਾ ਪੜ੍ਹੋ, ਸਵਈਆਂ ਦਾ, ਤੁਹਾਨੂੰ ਅਰਥ ਪਤਾ ਹੋਣਗੇ, ਜ਼ਿਆਦਾ ਰਸ ਉਹ ਆਪਣੇ ਆਪ ਹੀ ਪਿਆਰ ਬਣ ਜਾਣਾ। ਕਿੱਥੇ ਸੀ ਆਪਾਂ? ਆਪ ਹਾਸਦੈ ਮੋਹਿ ਬਚਾਓ। ਮਹਾਰਾਜ ਮੈਨੂੰ ਬਚਾਓ ਗਰੀਬ ਨੂੰ। ਸੁਖੀ ਵਸੈ ਮੋਰੋ ਪਰਿਵਾਰ। ਦੋ ਪਰਿਵਾਰ ਆਪਣੇ, ਇੱਕ ਮੰਮੀ ਪਾਪਾ, ਵਾਈਫ, ਬੱਚੇ, ਇੱਕ ਆਪ ਪਰਿਵਾਰ ਹੈ। ਅੱਖਾਂ, ਨੱਕ, ਜ਼ੁਬਾਨ, ਕੰਨ, ਹੱਥ, ਇਹ ਪਰਿਵਾਰ ਆਪਣਾ। ਇਹ ਦੁਖੀ ਹੈ ਇਸ ਵੇਲੇ। ਮੇਰੀਆਂ ਅੱਖਾਂ ਜਿਹੜੀਆਂ ਦੁਖੀ ਆ, ਕਿਉਂਕਿ ਜਦੋਂ ਦੁਨੀਆਦਾਰੀ ਨੂੰ ਵੇਖਦੀਆਂ ਨਾ, ਤੇ ਵੇਖ ਕੇ ਕਹਿੰਦੀਆਂ ਵੀ ਲੋਕੀ ਕਿੱਥੇ ਪਹੁੰਚ ਗਏ ਤੇ ਤੂੰ ਉੱਥੇ ਬੈਠਾ। ਕੰਨ ਮੇਰੇ ਦੁਖੀ ਆ, ਜਦੋਂ ਕਿਸੇ ਦਾ ਸੁਣਦੇ ਨਾ ਫਲਾਣੇ ਦਾ ਮੁੰਡਾ ਪੱਕਾ ਹੋ ਗਿਆ, ਸਾਡੇ ਵਾਲਾ ਜੀ ਘਰੇ ਹੀ ਆਪਕੋ ਸਤਨਾਮ ਵਾਹਿਗੁਰੂ। ਇੱਦਾਂ ਹੀ ਹੈ ਨਾ। ਤੇ ਜਦੋਂ ਜ਼ੁਬਾਨ ਜਿਹੜੀ ਹੈ ਇਹ ਦੁਖੀ ਹੈ, ਇਹ ਜਦੋਂ ਬੋਲਦੀ ਫਿੱਕਾ ਬੋਲਦੀ ਹੈ। ਮੈਨੂੰ ਬਚਨ ਯਾਦ ਆਇਆ, ਮਹਾਤਮਾ ਬੁੱਧ ਜੀ ਬੈਠੇ ਦਰਖਤ ਥੱਲੇ, ਤੇ ਮੇਰੇ ਵਰਗਾ ਕੋਈ ਸੜਿਆ ਬਲਿਆ ਆਇਆ, ਤੇ ਉਹਨੇ ਰੱਜ ਕੇ ਗਾਲਾਂ ਕੱਢੀਆਂ ਮਹਾਤਮਾ ਬੁੱਧ। ਇੰਨਾ ਕੁ ਮੰਦਾ ਚੰਗਾ ਬੋਲਿਆ, ਤੇ ਮਹਾਤਮਾ ਜੀ ਚੁੱਪ ਬੈਠੇ ਰਹੇ, ਤੇ ਜਾਂਦਾ ਜਾਂਦਾ ਮੂੰਹ ਤੇ ਥੁੱਕ ਗਿਆ। ਮਹਾਤਮਾ ਬੁੱਧ ਦੇ ਮੂੰਹ ਤੇ ਥੁੱਕ ਗਿਆ। ਉਹਨਾਂ ਦਾ ਚਚੇਰਾ ਭਰਾ ਸੀ, ਚਾਚੇ ਦਾ ਪੁੱਤਰ ਆਨੰਦ। ਕਹਿੰਦੇ ਬੁੱਧ ਜੀ ਇੱਕ ਗੱਲ ਦੱਸਿਓ ਮੈਨੂੰ, ਵੀ ਤੁਹਾਨੂੰ ਇੰਨੇ ਬੋਲ ਕਬੋਲ ਬੋਲੇ ਆ, ਹੱਦ ਕਰ ਦਿੱਤੀ ਹੈ, ਤੁਹਾਡੇ ਮੁਖ ਤੇ ਥੁੱਕ ਵੀ ਗਿਆ ਏ, ਤੁਹਾਨੂੰ ਗੁੱਸਾ ਨਹੀਂ ਆਇਆ? ਸੰਗਤੇ ਹੁਣ ਸਮਾਂ ਬੜਾ ਭਿਆਨਕ ਆ ਗਿਆ, ਹੋਰ ਭਿਆਨਕ ਆਉਣਾ। ਕੱਲ੍ਹ ਇੱਕ ਹੋਰ ਖਬਰ ਆਈ, ਬੱਚਾ ਬਾਹਰੋਂ ਆਇਆ ਤੇ ਮਾਂ ਦੇ ਨਾਲ ਮਾੜਾ ਮੋੜ ਝਗੜਾ, 10 ਰੁਪਈਏ ਪਤਾ ਨਹੀਂ ਕੀ ਚੱਕਰ, ਤੇ ਮਾਤਾ ਨੂੰ ਡੰਡਾ ਸਿਰ 'ਚ ਮਾਰ ਕੇ ਮਾਰਦਾ। ਇਹ ਕੀ ਆ? ਇਹ ਵੇਖਿਓ ਤੁਸੀਂ ਅਜੇ ਨਾ, ਇਹ ਜਿਹੜਾ ਮੋਬਾਈਲ ਆ, ਇਹ ਦੁਨੀਆ ਦਾ ਮਾਹੌਲ ਆ, ਇਹਨੇ ਆਪਾਂ ਨੂੰ ਸ਼ੁਦਾਈ ਕਰ ਦੇਣਾ ਸੱਜਣੋ। ਇਹ ਗੱਲ ਲਿਖ ਲਿਓ ਤੁਸੀਂ, ਮੇਰੇ ਮਾਤਾ ਪਿਤਾ ਸਮਾਨ ਜੇ। ਗੁਰਬਾਣੀ ਤੋਂ ਜਿਵੇਂ ਦੁਨੀਆ ਦੂਰ ਹੋਈ ਜਾਂਦੀ ਹੈ ਨਾ, ਅੰਦਰ ਜਿਹੜਾ ਮੱਚਦਾ ਜਾਂਦਾ। ਗੁਰਬਾਣੀ ਕਹਿੰਦੀ ਕਲਯੁਗ ਰਥ ਅਗਣਕਾ, ਕੂੜ ਅੱਗੇ ਰਥਵਾਹੋ, ਆ ਹਿਰਦੇ ਸਾਰਿਆਂ ਦੇ ਮੱਚੀ ਜਾਂਦੇ। ਹੁਣ ਗੁਰੂ ਨੇ ਤਾਂ ਬਾਣੀ ਲਿਆਂਦੀ ਸੀ ਸ਼ਬਦ, ਵੀ ਜਿੰਨਾ ਚਿਰ ਜੁੜੇ ਰਹੋਗੇ ਹਰੇ ਰਹੋਗੇ। ਬੱਬਰ ਤੂੰ ਹਰਿਆਵਲਾ, ਕਵਲਾ ਕੰਚਨ ਵਨ।
ਗੁਰੂ ਨਾਨਕ ਸਾਹਿਬ ਕਿਸੇ ਪਾਣੀ ਦੇ ਟੋਭੇ ਤੇ ਗਏ ਤੇ ਉੱਥੇ ਪਾਣੀ ਤੇ ਫੁੱਲ ਖਿੜੇ, ਕੋਇਲਾਂ ਬੋਲਣ, ਪਪੀਹੇ ਬੋਲਣ, ਚਿੜੀਆਂ ਚੂੰ ਚੂੰ ਕਰਨ। ਮੇਰੇ ਹਜ਼ੂਰ ਨੇ ਸ਼ਬਦ ਗਾਇਆ, ਆਨੰਦ ਮਾਣਿਆ, ਕੀਰਤਨ ਹੋਇਆ, ਸਮਾਪਤ। ਸਾਹਿਬ ਚਲੇ ਗਏ। ਜਦੋਂ ਵਾਪਸੀ ਤੇ ਆਏ ਤੇ ਕੀ ਵੇਖਿਆ, ਉਹ ਜਿੱਥੇ ਕੀਰਤਨ ਕਰਕੇ ਗਏ ਸਨ ਉਹ ਥਾਂ ਖੰਡਰ ਬਣ ਗਿਆ। ਉਹ ਛੱਪੜ ਜਿਹੜਾ ਸੀ ਸੁੱਕ ਗਿਆ, ਉਹਦੇ ਬੂਟੇ ਸਾਰੇ ਕੁਮਲਾ ਗਏ, ਉੱਥੋਂ ਬਦਬੂ ਆ ਰਹੀ ਤੇ ਕੋਈ ਚਿੜੀ, ਕਾਂ ਤੇ ਕੋਇਲ ਕੀ ਉੱਥੇ ਕੋਈ ਭੌਰਾ ਤੱਕ ਵੀ ਨਜ਼ਰ ਨਹੀਂ ਆ ਰਿਹਾ। ਹਜ਼ੂਰ ਪਾਤਸ਼ਾਹ ਨੇ ਉਸ ਛੱਪੜ ਦੇ ਕੁੰਟ ਨੂੰ, ਉਸ ਕੰਢੇ ਨੂੰ ਪੁੱਛਿਆ, ਕਹਿੰਦੇ ਸੱਜਣਾ ਕੀ ਹੋ ਗਿਆ ਜੀ? ਜਦੋਂ ਪਿਛਲੀ ਵਾਰ ਆਏ ਸੀ ਤੇਰੇ ਤੇ ਰੌਣਕ ਸੀ। ਤੁਸੀਂ ਸੋਚ ਰਹੇ ਹੋ ਕੁਝ? ਜਿਹੜੇ ਸਾਡੇ ਦਾਦੇ ਬਾਬੇ ਸੀ ਨਾ, ਉਹਨਾਂ ਦੇ ਚਿਹਰਿਆਂ ਤੇ ਰੌਣਕਾਂ ਸੀ। ਅੱਜ ਵੀ ਜਿਹੜੇ ਬਜ਼ੁਰਗ, ਇਹਨਾਂ ਦਾ ਚਿਹਰਾ ਲਾਲ ਸੁਰਖ ਜੇ, ਤੇ ਆ ਜਿਹੜੇ ਜਵਾਨ ਆ ਜਿਵੇਂ 12 ਵਜੇ ਸੁੱਕਾ ਪਿਆ ਚਿਹਰਾ, ਨਾ ਉੱਧਰ ਨਾ ਉੱਧਰ। 12 ਸ਼ਬਦ ਜਿਹੜਾ ਸਾਂਝਾ ਵਾ ਰਾਤ ਦਿਨ ਦਾ ਅੱਧ ਹੁੰਦਾ ਉੱਥੇ। ਇਹ ਕਹਾਵਤ ਤਾਂ ਬਣੀ, ਮੂੰਹ ਤੇ 12 ਵੱਜ ਗਏ, ਭਾਵ ਨਾ ਉੱਧਰ ਤੇ ਨਾ। ਪੁਰਾਣੇ ਬੰਦਿਆਂ ਦੇ ਘਰ ਕੱਚੇ ਸੀ, ਕੱਪੜੇ ਪਾਟੇ ਸੀ, ਹੱਥਾਂ ਨਾਲ ਕਮਾਈ ਕਰਦੇ ਸੀ, ਪਰ ਜਦੋਂ ਮਿਲਦੇ ਹੱਸ ਕੇ ਮਿਲਦੇ ਸੀ, ਮੱਥਾ ਖਿੜਿਆ ਹੁੰਦਾ ਸੀ, ਉਮਰ ਲੰਮੀ ਸੀ। ਅੱਜ ਉਮਰ ਵੀ ਥੋੜ੍ਹੀ ਆ, ਲੀੜਾ ਕੱਪੜਾ ਵਧੀਆ, ਜੇਬ 'ਚ ਪੈਸੇ, ਗੱਡੀ ਵਧੀਆ, ਪਰ ਅੰਦਰ ਸੜਿਆ ਪਿਆ। ਕਿਉਂ ਸੜ ਗਿਆ? ਇਹਦਾ ਜਵਾਬ ਸੁਣਿਓ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਓਏ ਸੱਜਣਾ ਤੈਨੂੰ ਕੀ ਹੋ ਗਿਆ ਈ? ਤੇਰੇ ਕੋਲ ਆ ਕੇ ਅਸੀਂ ਕੀਰਤਨ ਕੀਤਾ, ਇੱਥੇ ਬੜਾ ਸਕੂਨ ਸੀ। ਮਹਾਰਾਜ ਸਾਹਿਬ ਨੂੰ ਮਰਦਾਨੇ ਨੇ ਆਖਿਆ, ਬਾਬਾ ਜਗ੍ਹਾ ਬੜੀ ਸੋਹਣੀ ਲੱਗਦੀ, ਇੱਥੇ ਮਨ ਟਿਕੂਗਾ, ਇੱਥੇ ਝੱਟ ਰੱਬ ਰੱਬ ਨਾ ਕਰੀਏ। ਹੁਣ ਤੁਸੀਂ ਵੀ ਕਿਤੇ ਵੇਖਿਓ, ਜਿੱਥੇ ਦਰਖਤ ਹੋਣ, ਪਹਾੜ ਹੋਣ, ਤੁਹਾਡਾ ਚਿੱਤ ਕਰੂ ਮੈਂ ਬਵਾਂ। ਰੂੜੀ ਤੇ ਜਾ ਕੇ ਤੇ 2 ਮਿੰਟ ਨਹੀਂ ਖੜੋ ਸਕਦੇ ਆਪਾਂ, ਉੱਥੇ ਮੁਸ਼ਕ ਆ ਰਿਹਾ। ਤੇ ਯਾਦ ਰੱਖੀ, ਤੂੰ ਉੱਥੇ ਬਹਿਣਾ, ਉੱਥੇ ਖੜੋਣਾ, ਉੱਥੇ ਸੌਣਾ ਜਿੱਥੇ ਸਫਾਈ ਹੈ, ਤੇ ਤੇਰੇ ਅੰਦਰ ਇੰਨਾ ਗੰਦ ਪਿਆ ਤੇ ਤੈਨੂੰ ਟਿਕਾਓ ਕਿਤੇ ਆਊ। ਆਪਾਂ ਜਿੱਥੇ ਗੰਦ ਪਿਆ ਉੱਥੇ ਖੜੋ ਨਹੀਂ ਸਕਦੇ। ਆਪਾਂ ਤਾਂ ਗੱਡੀ ਵੀ ਲਾਉਣੀ ਹੋਵੇ ਤੇ ਰੂੜੀ ਤੇ ਨਹੀਂ ਕਦੇ ਲਾਈ, ਉੱਥੇ ਲਾਵਾਂਗੇ ਜਿੱਥੇ ਦਰਖਤ ਹੋਵੇ, ਸਫਾਈ ਹੋਵੇ। ਦੁਨਿਆਵੀ ਉਦਾਹਰਨ ਹੈ। ਤੇ ਆਪ ਬੰਦਾ ਉੱਥੇ ਬਹਿੰਦਾ, ਉਹ ਚੀਜ਼ਾਂ ਨੂੰ ਬਿਲੋਂਗ ਕਰਦਾ ਜਿੱਥੇ ਨਿਰੀਖੇ ਆ। ਗੁਰੂ ਗ੍ਰੰਥ ਸਾਹਿਬ ਕੋ ਮੈਂ ਕਹੋਂਦੀ 5 ਮਿੰਟ ਨਹੀਂ ਬਹਿੰਦੇ। ਜੇ ਇੱਕ ਬੈਠਾ ਸੁਣਦਿਆ ਉਹਨੂੰ ਵੀ ਕਹਿੰਦੇ ਆ ਜਾ ਚੱਲੀਏ, ਉਹ ਕਹਿੰਦਾ 2 ਮਿੰਟ ਬਹਿ ਲੈਂਦੇ, ਵਾਹਵਾ ਆਨੰਦ ਜਿਹਾ। ਕਹਿੰਦੇ ਨਹੀਂ, ਕਿੱਥੇ ਜਾਣਾ? ਘਰੇ ਜਾ ਕੇ ਜਾਂ ਮੋਬਾਈਲ ਖੋਲ ਲੈਣਾ ਜਾਂ TV ਚਲਾ ਲੈਣਾ। ਆਪੋ ਸਤਿ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ, ਓਏ ਸੱਜਣਾ ਤੈਨੂੰ ਕੀ ਹੋ ਗਿਆ? ਪੱਬਰ ਤੂੰ ਹਰੀਆਵਲਾ, ਕਵਲਾ ਕੰਚਨ ਵਨ, ਕਹਿ ਦੁਖੜੈ ਸੜਿਓ ਹੈ, ਕਾਲੀ ਹੋਈਆ ਦਿਲ। ਕਹਿੰਦੇ ਤੈਨੂੰ ਕੀ ਹੋ ਗਿਆ? ਤੇਰਾ ਸਰੀਰ ਕਾਲਾ ਹੋ ਗਿਆ, ਤੇਰੇ ਕੋਲੋਂ ਬਦਬੂ ਆ ਰਹੀ ਹੈ। ਉਹੀ ਬਜ਼ੁਰਗ ਹੁੰਦਾ ਨਾ, ਜਵਾਨੀ 'ਚ ਮੱਖੀ ਤਿਲਕਦੀ, ਜਦੋਂ ਬੁੱਢੇ ਬਾਰੇ ਮੰਜੇ ਤੇ ਪੈ ਜੇ, ਉੱਥੇ ਬਾਥਰੂਮ ਕਰ ਕਰਕੇ ਪਸੀਨਾ ਆ ਕੇ ਤੇ ਉਹਦੇ ਤੋਂ ਸਮੈਲ ਆਉਂਦੀ। ਹੁੰਦਾ ਤੇ ਉਹੀ ਆ। ਕਿਤੇ ਮੈਰਿਜ ਵਾਲੀ ਫੋਟੋ ਵੇਖਿਓ, ਉੱਤੋਂ ਕਿਤੇ ਲਿਸ਼ਕਾਂ ਪੈਂਦੀਆਂ। ਤੇ ਅੱਜ ਸਰੀਰ ਸੁੱਕ ਗਿਆ ਵਾ, ਕਿਰਿਆ ਉੱਤੇ ਹੈ, ਬੱਚੇ ਲਾਦ ਮਾੜੀ ਨਿਕਲੀ, ਕੋਈ ਸਾਂਭਦਾ ਨਹੀਂ, ਧੋਂਦਾ ਨਹੀਂ, ਕੱਪੜੇ ਤੇ ਬਦਬੂ ਆਉਂਦੀ। ਬੰਦਾ ਤੇ ਜਿੰਨਾ ਚਿਰ ਰਿਸ਼ਤੇ ਜੁੜੇ ਸੀ, ਜੇਬ ਭਰੀ ਸੀ, ਧੀਆਂ ਵੀ ਆਉਂਦੀਆਂ ਸੀ, ਭਤੀਜੇ ਵੀ ਆਉਂਦੇ ਸੀ, ਸਾਰੇ ਸੀ। ਇਹਨੂੰ ਸਲਾਮ ਹੀ ਆ ਜੇਬ ਨੂੰ। ਅੱਜ ਜੇਬ ਖਾਲੀ ਆ, ਮੰਜੀ ਤੇ ਪਿਆ, ਸਾਰੇ ਛੱਡ ਕੇ ਜਾਣੀ, ਨਾਤਾ ਟੁੱਟ ਗਿਆ ਤੇ ਸੁੱਕ ਗਿਆ। ਉਦਾਹਰਨ ਹਜ਼ੂਰ ਕਹਿੰਦੇ ਤੇਰੀ ਦੇਹ ਕਾਲੀ ਹੋ ਗਈ। ਓਏ ਤੈਨੂੰ ਕੀ ਹੋ ਗਿਆ? ਦਰਖਤ ਸੁੱਕ ਗਏ, ਪੰਛੀ ਭੱਜ ਗਏ। ਉਸ ਛੱਪੜ ਦੇ, ਉਸ ਟੋਭੇ ਦੇ ਅੰਦਰੋਂ ਆਵਾਜ਼ ਆਈ, ਰੋਕੇ ਕਹਿੰਦੇ ਬਾਬਾ ਨਾਨਕਾ ਮੇਰੇ ਨਾਲ ਬੜਾ ਮਾੜਾ ਹੋਇਆ। ਕਹਿੰਦੇ ਕੀ ਹੋਇਆ? ਕਹਿੰਦੇ ਜਾਣਾ ਪਾਣੀ ਨਾ ਲਹਾ, ਜੈਸੇ ਤੀ ਮੇਰਾ ਸੰਗ। ਕਹਿੰਦੇ ਉਹ ਦਰਿਆ, ਉਹਦੇ ਨਾਲ ਮੇਰਾ ਪ੍ਰੇਮ ਸੀ। ਹੁਣ ਤੁਹਾਡਾ ਗੁਰੂ ਗ੍ਰੰਥ ਸਾਹਿਬ ਬੌਲੀ ਸਾਹਿਬ ਨਾਲ ਆਉਣੇ ਨਾ ਤੁਸੀਂ। ਕਹਿੰਦੇ ਮੇਰਾ ਪ੍ਰੇਮ ਸੀ ਦਰਿਆ ਦੇ ਨਾਲ, ਉਧਰੋਂ ਤਾਜ਼ਾ ਪਾਣੀ ਆਉਂਦਾ ਸੀ, ਤਾਜ਼ਾ ਜਾਂਦਾ ਸੀ। ਹੁਣ ਬੰਦਾ ਗੁਰੂ ਘਰ ਆਉਂਦਾ, ਕੋਈ ਮਹਾਰਾਜ ਦਾ ਬਚਨ ਸੁਣੀਂਦਾ, ਕੋਈ ਆਪਣਾ ਦੁੱਖ ਸੁੱਖ ਅਰਦਾਸ 'ਚ ਕਹਿ ਜਾਈਦਾ, ਤੇ ਜਿੱਦਣ ਟੁੱਟ ਗਏ ਤੇ ਫਿਰ ਬਸ ਗਏ। ਕਹਿੰਦੇ ਕੀ ਹੋਇਆ? ਉਹਦੇ ਤੇ ਮੇਰੇ ਵਿੱਚ ਬੜਾ ਪਿਆਰ ਸੀ। ਰੱਬ ਦਾ ਕਹਿਰ ਆਇਆ ਵੀ ਤੂਫਾਨ ਉੱਠਿਆ।
ਮੀਂਹ ਹਨੇਰੀ ਦੇ ਤੂਫਾਨ ਦੇ ਵਿੱਚ ਐਦਾਂ ਦਾ ਪਾਣੀ ਉੱਠਿਆ ਵੀ ਜਿੰਨੇ ਵੱਡਾ ਸਾਰਾ ਮਿੱਟੀ ਦਾ ਘੋੜਾ ਚੱਕ ਕੇ ਲਿਆ ਕੇ ਮੇਰੇ ਵਿੱਚ ਮਾਰਿਆ। ਜਿੱਥੋਂ ਮੇਰਾ ਰਿਸ਼ਤਾ ਜੁੜਦਾ ਸੀ ਨਾ ਉਹਦੇ ਵਿੱਚ ਬੰਨ ਲੱਗ ਗਿਆ। ਉਹ ਬੰਨ ਅੱਜ ਵੀ ਲੱਗਾ ਸਾਡੇ ਵਿੱਚ ਮਾਇਆ ਰੂਪੀ ਘੋੜਾ ਆ ਗਿਆ। ਹੁਣ ਜਿਹਨੂੰ ਮਰਜੀ ਪੁੱਛ ਲੋ, ਹਾਏ ਮਾਇਆ, ਹਾਏ ਮਾਇਆ, ਹਾਏ ਬਾਹਰ, ਹਾਏ ਮਾਇਆ। ਕੋਈ ਨਿਤਨੇਮ ਨਹੀਂ ਮੰਗਦਾ, ਕੋਈ ਸੇਵਾ ਨਹੀਂ ਮੰਗਦਾ, ਕੋਈ ਤੰਦਰੁਸਤੀ ਨਹੀਂ ਮੰਗਦਾ, ਹਾਏ ਮਾਇਆ। ਤੇ ਉਸ ਚੀਜ਼ ਨੇ ਕੀ ਕੀਤਾ, ਦਰਿਆ ਤੇ ਟੋਭੇ ਦਾ ਰਿਸ਼ਤਾ ਤੋੜਤਾ। ਹੁਣ ਗੁਰੂ ਨਾਨਕ ਸਾਹਿਬ ਜੀ ਟੋਭੇ ਨਾਲ ਗੱਲਾਂ ਕਰਦੇ, ਬੰਦਿਆਂ ਨਾਲ ਤੇ ਕਰਦੇ ਆ ਤੇ ਬੰਦੇ ਦੀ ਕਰਨੀ ਨਹੀਂ ਆਉਂਦੀ। ਉਸ ਟੋਭੇ ਨੇ ਆਖਿਆ, ਬਾਬਾ ਨਾਨਕਾ ਹੁਣ ਮੈਂ ਖਤਮ ਹੈ। ਜਦੋਂ ਮੈਂ ਜੁੜਿਆ ਸੀ ਤੇ ਮੇਰੇ ਤੇ ਰੌਣਕਾਂ ਸੀ, ਬਖਸ਼ਿਸ਼ਾਂ ਸੀ, ਹੁਣ ਮੈਂ ਟੁੱਟ ਗਿਆ। ਇਸ ਕਰਕੇ ਮੈਂ ਹੁਣ ਸੁੱਕ ਗਿਆ, ਮੁਸ਼ਕ ਗਿਆ ਏ, ਮੈਨੂੰ ਸਾਰੇ ਛੱਡ ਗਏ। ਗੁਰੂ ਨਾਨਕ ਸਾਹਿਬ ਕਹਿੰਦੇ, ਮਰਦਾਨਿਆਂ ਆ ਹੁੰਦੀ ਜੁੜਿਆਂ ਦੀ ਬਾਤ। ਜਿਹੜੇ ਸਾਡੇ ਬਜ਼ੁਰਗ ਸੀ ਜੁੜੇ ਸੀ, ਭਾਵੇਂ ਅਨਪੜ੍ਹ ਸੀ। ਹੁਣ ਤਰਕ ਦਾ ਸਮਾਂ ਆ ਗਿਆ, ਮੌਤ ਆ ਗਈ, ਜਿਹਨੂੰ ਕਹਿੰਦੇ ਮੌਤ ਆ ਗਈ ਆਪਣੀ। ਆਖਾਂ ਜੀਵਾਂ ਵਿਸਰੇ ਮਰ ਜਾਓ। ਹੁਣ ਮਰਨਾ ਆਪਾਂ, ਕਿਉਂਕਿ ਹੁਣ ਸਾਡੇ ਜਿਹੜੇ ਵਿਦਵਾਨ ਉਹਨਾਂ ਦੀ ਵੀ ਮੌਤ ਆਈ ਆ ਮੇਰੇ ਸਿਰ। ਉਹਨਾਂ ਨੂੰ ਵੀ ਮਾਇਆ ਚੜ੍ਹ ਗਈ ਦਿਮਾਗ ਨੂੰ, ਉਹ ਵੀ ਪਤਾ ਨਹੀਂ ਕੀ ਕੀ ਬੋਲੀ ਜਾਂਦੇ ਹੋ। ਇਹ ਸੱਚਾਈ ਹੈ। ਜੇ ਮਾਰੇ ਕਹਿੰਦੇ ਕਲਯੁਗ ਰੱਥ ਅਗਨ ਕਾ, ਅੱਗ ਦਾ ਰੱਥ ਹੈ ਤੇ ਕੂੜ ਅੱਗੇ ਰਥਵਾਓ। ਆ ਰੁਕ ਜੋ ਹੋਰ 10-12 ਸਾਲ। ਜਿਹੜੇ ਆਉਣ ਵਾਲੇ ਬੱਚੇ ਆ ਨਾ, ਇਹਨਾਂ ਦਾ ਜੇਰਾ ਇੰਨਾ ਘੱਟ ਹੋਣਾ, ਇਹਨਾਂ ਸਿੱਧਾ ਹੀ ਮਾਰ ਗੋਲੀਆਂ ਮਾਂ ਪਿਓ ਮਾਰਨਾ ਕੁਛ ਆ ਸ਼ੁਰੂ ਹੋ ਗਿਆ ਕੰਮ ਹੁਣ। ਆ ਦੂਜੇ ਤੀਜੇ ਦਿਨ ਕੋਈ ਖਬਰ ਆ ਹੀ ਜਾਂਦੀ ਆ। ਕਿਸੇ ਨੇ ਉਹ ਦੋਵੇਂ ਭਰਾ ਲੜਦੇ ਸੀ ਨਾ, ਤੇ ਭੈਣ ਆਈ ਵਿਚਾਰੀ ਪੇਕੇ ਮਿਲਣ, ਤੇ ਉਹਨੇ ਆਖਿਆ, ਵੀਰੋ ਇੱਕੇ ਮਾਂ ਦੇ ਜਾਏ, ਇਹਨੂੰ ਨਾ ਕੁਝ ਕਹਿ, ਉਹਨੇ ਕਈ ਮਾਰ ਕੇ ਥਾਂ ਹੀ ਮਾਰ ਦਿੱਤੀ। ਨਿੱਕੇ ਨਿੱਕੇ ਬੱਚੇ ਰੁਲ ਗਏ। ਇਹ ਕਿਉਂ ਮਾਰੀ? ਕਿਉਂਕਿ ਆ ਜਿਹੜਾ ਹਿਰਦਾ ਆਪਣਾ ਨਾ, ਇਹ 'ਚ ਅੱਗ ਬਲ ਗਈ ਆ, ਤੇ ਉਸ ਅੱਗ ਨੂੰ ਬੁਝਾਉਣਾ ਸੀ ਬਾਣੀ ਨੇ। ਐਵੇਂ ਥੋੜਾ ਸਾਡਾ ਬਾਬਾ ਨਾਨਕ ਕਹਿ ਗਿਆ ਵੀ ਨਿਤਨੇਮ ਕਰਿਓ। ਅੱਜ ਜਿਹੜਾ ਉੱਠਦਾ, ਕਾਤੋਂ ਨਿਤਨੇਮ ਕਰਨਾ, ਜਪਜੀ ਸਾਹਿਬ ਕਿਉਂ ਪੜ੍ਹਨਾ, ਅੰਮ੍ਰਿਤ ਵੇਲੇ ਕਾਤੋਂ ਉੱਠਣਾ, ਬੌਲੀ 'ਚ ਇਸ਼ਨਾਨ ਕਿਉਂ ਕਰਨਾ, ਹੁਣ ਪਤਾ ਲੱਗੂ ਕਿਉਂ ਕਰਨਾ। ਕੋਈ ਕਾਰਨ ਸੀ। ਮੇਰੇ ਸਾਹਿਬ ਜੀ ਨੇ ਆਖਿਆ ਜੁੜੇ ਰਹਿਣਗੇ, ਬਚੇ ਰਹਿਣਗੇ। ਹੁਣ ਆਪਾਂ ਵੀ, ਤੁਸੀਂ ਵੀ, ਤੁਹਾਡਾ ਮਾਂ ਪਿਓ ਹੈਗਾ, ਸਾਡੇ ਡੈਡੀ ਹੋਣੀ ਆ, ਚਿੱਟਾ ਦਾੜਾ ਹੋ ਗਿਆ, ਅਜੇ ਵੀ ਮਾਂ ਪਿਓ ਦੇ ਪੈਰੀਂ ਹੱਥ ਲਾਉਂਦੇ। ਕਿਉਂ ਲਾਉਂਦੇ? ਕਿਉਂਕਿ ਉਹ ਪੁਰਾਤਨ ਜੁੜੇ ਆ। ਉਹ ਕਿਸੇ ਸ਼ਬਦ ਨਾਲ ਜੁੜੇ, ਗੁਰੂ ਘਰ ਸੇਵਾ ਦੀ ਟੋਕਰੀ ਨਾਲ ਜੁੜੇ। ਉਹਨਾਂ ਦਾ ਅੰਦਰ ਥੋੜਾ ਜਿਹਾ ਟਿਕਾ ਵਾਲਾ ਸਿਆਣਾ ਬੰਦਾ ਕਹਿੰਦਾ ਨਾ, ਕੋਈ ਨਹੀਂ ਪੁੱਤ ਕਾਲੇ ਨਾ ਪਿਓ। ਕਹਿੰਦੇ 3 ਚੀਜ਼ਾਂ ਨਰਕ ਦਾ ਬੂਹਾ ਖੋਲ੍ਹਦੀਆਂ। ਇੱਕ ਵਾਸ਼ਨਾ, ਪਤਾ ਨਹੀਂ ਬੁੱਢੇ ਬਾਰੇ ਵੀ ਆ ਜੇ ਤੇ ਬੇਇੱਜ਼ਤੀ ਕਰਾ ਦੇ। ਦੂਜਾ ਹੈਗਾ ਜੇ ਕ੍ਰੋਧ, ਜਦੋਂ ਗੁੱਸਾ ਆਉਂਦਾ ਬੰਦੇ ਨੂੰ, ਮੁੜ ਕੇ ਨਹੀਂ ਪਤਾ ਲੱਗਦਾ ਕੀ ਹੁੰਦਾ। ਤੇ ਤੀਜਾ ਹੈਗਾ ਲਾਲਚ ਪੈਸੇ ਦਾ। ਇਹ ਵੀ ਬਹੁਤ ਕੋਈ, ਇਹ 3 ਦਰਵਾਜ਼ੇ ਨਰਕ ਦੇ ਹੈ, ਕ੍ਰੋਧ, ਲਾਲਚ ਤੇ ਵਾਸ਼ਨਾ। ਇਸ ਕਰਕੇ ਤਿੰਨਾਂ ਦਾ ਜ਼ੋਰ ਪੈ ਗਿਆ। ਕਿਉਂਕਿ ਮੇਰੇ ਬਾਪੂ ਨੇ ਆਖਿਆ ਸੀ, ਅਣਦਿਨ ਸਾਹਿਬ ਸੇਵੀ ਹੈ, ਅੰਤ ਛਡਾਈ ਸੋਈ। ਵੀ ਰੋਜ਼ ਨਾਮ ਜਪੀ ਗੁਰੂ ਘਰ। ਹੁਣ ਅਗਲੇ ਕਹਿੰਦੇ ਨਾਮ ਕੀ ਆ, ਗੁਰਦੁਆਰਾ ਕੀ ਆ, ਗੁਰੂ ਗ੍ਰੰਥ ਸਾਹਿਬ ਕੌਣ ਆ? ਗੁਰੂ ਨਾਨਕ ਸਾਹਿਬ ਬੰਦੇ ਹੀ ਸੀ। ਇਹਨਾਂ ਦਾ ਕੱਖ ਨਾ ਰਵੇ, ਇਹਨਾਂ ਆਪ ਤੇ ਡੁੱਬਣਾ ਹੀ ਆ, ਨਾਲ ਦੂਜਿਆਂ ਨੂੰ ਵੀ ਡੋਬ ਦੇਣਾ। ਇਹਨਾਂ ਨੂੰ ਪੁੱਛੇ ਬੰਦਾ ਵੀ ਜਿੱਦਣ ਚਿਮਟਾ ਖੜਕਾ ਕੇ ਜੇ ਸ਼ੁਰੂ ਹੋਏ ਸੀ ਨਾ, ਉਦਣ ਬਾਣੀ ਦੇ ਅਰਥ ਕੀਤੇ, ਕਥਾ ਕੀਤੀਆਂ, ਤੇ ਹੁਣ ਇੰਨੀ ਕਮਾਇਆ ਇਕੱਠੀ ਹੋ ਗਈ, ਦਿਮਾਗ ਖਰਾਬ ਹੋ ਗਿਆ। ਹੁਣ ਆਪਣੇ ਹੱਥੀਂ ਲਾਏ ਬੂਟੇ ਨੂੰ ਨਾ ਆਰੀ ਫੇਰ ਰਹੇ, ਆਰੀ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਮ। ਇਹ ਬਰਬਾਦੀ ਦੀ ਨਿਸ਼ਾਨੀ ਹੁੰਦੀ ਹੈ। ਬੰਦੇ ਤੇ ਮੇਰੇ ਅੱਖਾਂ ਸਾਹਮਣੇ ਆਟਾ ਮੰਗਦੇ ਸੀ ਨਾ, ਜਿਹੜੇ ਲੋਕਾਂ ਦੇ ਘਰਾਂ 'ਚ, ਸਾਰਿਆਂ ਨੇ ਕਹਿਣਾ ਸਾਡੇ ਘਰੋਂ ਵੀ ਖੜਿਆ, ਸਾਡੇ 2 ਬੱਚੇ ਬਾਹਰ ਸੈੱਟ ਹੋ ਗਏ, ਅੱਜ ਉਹਨਾਂ ਲੋਕਾਂ ਦੀ ਹਵਾ ਬਦਲ ਗਈ। ਇਹ ਤੇ ਆਮ ਜੇ ਬੰਦੇ ਦੇ ਦਿਨ ਮੋੜਨ ਤੇ ਉਹਦੀ ਹਵਾ ਬਦਲ ਜਾਂਦੀ ਹੈ। ਇਹ ਤੇ ਫਿਰ ਬਹੁਤ ਉੱਚੀ ਅਵਸਥਾ ਵਾਲੇ। ਮਾਇਆ ਬੜੀ ਪ੍ਰਬਲ ਹੈ, ਵੱਡਿਆਂ ਵੱਡਿਆਂ ਦਾ ਦਿਮਾਗ ਖਰਾਬ ਕਰ ਦਿੰਦੀ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਆਪਾਂ ਨੂੰ ਭਾਈ ਜੋੜਿਆ ਸੀ, ਬੱਚੇ ਆ, ਜੇ ਗਲਤ ਹੋਈਏ, ਲਾਈਵ ਚੱਲਦਾ, ਮਾਫੀ ਦੇ ਦਿਓ। ਇਹ ਜਿਹੜੇ ਹਾਲਾਤ ਦੁਨੀਆ ਦੇ ਹੁਣ ਬਣ ਰਹੇ ਆ ਨਾ, ਆ ਜੀਰਾ ਘਟਦਾ ਜਾਂਦਾ ਜੇ। ਮਿੰਟ ਹੀ ਲਾਉਂਦੇ ਬਸ, ਗੋਲੀ ਚਲਾਉਣੀ, ਸਿਰ ਪਾੜਨਾ, ਗਲ ਘੁੱਟਣਾ ਤਾਂ ਆਮ ਜੀ ਗੱਲ ਬਣ ਗਈ ਹੁਣ। ਇਹਨੂੰ ਕਹਿੰਦੇ ਕਲਯੁਗ ਰੱਥ ਅਗਨ ਕਾ। ਇਸ ਕਰਕੇ ਮਹਾਤਮਾ ਬੁੱਧ ਜੀ ਨੂੰ ਇੰਨੇ ਮੰਦੇ ਸ਼ਬਦ ਬੋਲੇ ਤੇ ਮੂੰਹ ਤੇ ਥੁੱਕਿਆ। ਤੇ ਆਨੰਦ ਜੀ ਕਹਿੰਦੇ, ਮਹਾਤਮਾ ਤੈਨੂੰ ਗੁੱਸਾ ਨਹੀਂ ਆਇਆ?
ਵੀ ਤੈਨੂੰ ਇੰਨਾ ਕੁਝ ਕਹਿ ਗਿਆ, ਥੁੱਕ ਗਿਆ। ਉਹ ਕਹਿੰਦੇ ਜਦੋਂ ਕੋਈ ਚੀਜ਼ ਦੇਣ ਆਵੇ ਨਾ, ਉਹ ਚੀਜ਼ ਨੂੰ ਲਈਏ ਤੇ ਫੇਰ ਹੀ ਆ। ਮੈਂ ਤੇ ਲਈ ਨਹੀਂ। ਆਖੋ ਸਤਿਨਾਮ ਵਾਹਿਗੁਰੂ। ਕਹਿੰਦੇ ਮੰਨ ਲਓ ਮੈਨੂੰ ਗਾਲਾਂ ਦੇਣ ਆਇਆ ਸੀ, ਬਹੁਤ ਮੰਦਾ ਚੰਗਾ, ਪਰ ਮੈਂ ਅੱਗੋਂ ਲਿਆ ਨਹੀਂ। ਕੋਈ ਵੀ ਚੀਜ਼ ਦੇਣ ਆਉਂਦਾ, ਜਾਂ ਹੱਥ ਕਰਕੇ ਲਾਉਂਗੇ, ਜਾਂ ਜੇਬ ਕਰਕੇ, ਜਾਂ ਭਾਂਡਾ ਕਰਕੇ। ਤੇ ਬੁੱਧ ਜੀ ਕਹਿੰਦੇ ਮੈਂ ਤਾਂ ਆਪਣੇ ਭਾਵਨਾ ਵਿੱਚ ਆਪਣੀ ਸੁਰਤ ਨਾਲ ਜੁੜਿਆ ਪਿਆ ਸੀ। ਮੈਨੂੰ ਨਹੀਂ ਪਤਾ, ਮੈਂ ਜਦੋਂ ਉਹ ਦੇ ਰਿਹਾ ਸੀ ਨਾ ਮੈਨੂੰ ਗਾਲਾਂ, ਤੇ ਉਹ ਗੰਦਗੀ ਦੇ ਰਿਹਾ ਸੀ, ਤੇ ਮੈਂ ਆਪਣੇ ਦਰਵਾਜ਼ੇ ਕੰਨਾਂ ਦੇ ਬੰਦ ਕਰ। ਹੁਣ ਆਹ ਕਥਾ ਬੰਦੇ ਨੇ ਸੁਣੀ ਹੋਵੇ, ਚੇਤਾ ਆਜੂ ਕਰ ਘਰੇ ਕਲੇ ਕੁਲੇ ਪੈਂਦੀ ਹੋਵੇ ਨਾ, ਬੰਦਾ ਕਹੂ ਬੌਲੀ ਸਾਹਿਬ ਗਿਆ ਸੀ, ਇੱਦਾਂ ਸੁਣਿਆ ਸੀ, ਮਨਾ ਆਸਾ ਪਾਸਾ ਕਰ ਜਾ। ਫਰਕ ਤਾਂ ਪੈਂਦਾ ਹੀ ਆ। ਸਿੱਖਿਆ ਜਿਹੜੀ ਹੈ ਨਾ, ਮਾਰੇ ਨੇ ਕਿਹਾ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਮਾਰੇ ਕਹਿੰਦੇ ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸੇਖ ਸੁਣੀ। ਕਿ ਗੁਰੂ ਦੀ ਇੱਕ ਕਥਾ ਸੁਣ ਲਈਏ ਨਾ, ਛੋਟੀ ਜੀ ਸਿੱਖਿਆ, ਤੇ ਬੰਦੇ ਦੀ ਮੱਤ ਹੀਰੇ ਮੋਤੀ ਆ ਜਾਂਦੇ, ਭਾਵੇਂ ਇੰਨੀ ਸੋਹਣੀ ਹੋ ਜਾਂਦੀ। ਅੱਜ ਸੁਣਦਾ ਕੌਣ? ਕੋਈ ਨਹੀਂ ਸੁਣ। ਕੋਈ ਵਿਰਲੀਆਂ ਰੂਹਾਂ ਵਾ ਜਿਹੜੀਆਂ ਪਿਆਰ ਨਾਲ ਭਾਈ ਸਾਹਿਬ ਕੀਰਤਨ ਕਰ ਰਹੇ, ਸੁਣੋ, ਪਾਠ ਚੱਲਦਾ ਸੁਣੋ, ਨਹੀਂ ਤੇ ਅੰਦਰ ਹੀ ਇਦਾਂ ਦਾ ਹੋ ਗਿਆ ਵੀ ਬਹਿਣ ਹੀ ਨਹੀਂ ਦਿੰਦਾ। ਸਤਿਨਾਮ ਤੇ ਗੁਰੂ ਪਾਤਸ਼ਾਹ ਕਿਰਪਾ ਕਰੇ। ਇਸ ਕਰਕੇ ਮਹਾਤਮਾ ਬੁੱਧ ਜੀ ਨੇ ਆਪਣੇ ਆਪ ਨੂੰ ਸੰਕੋਚਿਆ। ਕਹਿੰਦੇ ਜਦੋਂ ਦੇਣ ਆਇਆ ਮੈਂ ਦਰਵਾਜ਼ੇ ਬੰਦ ਕਰ ਲਏ। ਯਾਦ ਰੱਖੀ 7ਵੇਂ 8ਵੇਂ ਦਿਨ ਤੋਂ ਪਹਿਲਾਂ ਉਹ ਬੰਦਾ ਮਗਰ ਆਊਗਾ ਮਾਫੀ ਮੰਗਣ। ਉਹੀ ਗੱਲ ਹੋਈ, ਮਹਾਤਮਾ ਜੀ ਉਸ ਦਰਖਤ ਤੋਂ ਉੱਠੇ ਤੇ 5 ਮੀਲ ਅੱਗੇ ਬੈਠ ਗਏ। ਉਹ ਬੰਦੇ ਨੂੰ 5-6 ਰਾਤਾਂ ਟੇਕ ਨਹੀਂ ਆਈ, ਜੋ ਕਿ ਬੰਦਗੀ ਵਾਲੇ ਦਾ ਔਰਾ ਹੁੰਦਾ। ਉਹ ਲੱਭਦਾ ਉੱਥੇ ਆਇਆ। ਕਹਿੰਦੇ ਜੀ ਬੁੱਧ ਜੀ ਕਿੱਥੇ ਆ? ਕਹਿੰਦੇ ਅੱਗੇ ਚਲੇ ਗਏ। ਜਦੋਂ ਅੱਗੇ ਜਾ ਕੇ ਵੇਖਿਆ ਤੇ ਮਾਫੀ ਮੰਗੀ। ਕਹਿੰਦੇ ਕੌਣ ਆ ਭਾਊ ਤੂੰ? ਕਹਿੰਦਾ ਜਿਹਨੇ ਤੁਹਾਨੂੰ ਗਾਲਾਂ ਕੱਢੀਆਂ ਸੀ। ਕਹਿੰਦਾ ਕਿੰਨੇ ਗਾਲਾਂ ਕੱਢੀਆਂ ਸੀ? ਕਹਿੰਦਾ ਉਦਣ ਉਹ ਚੇਤਾ ਕਰੋ। ਕਹਿੰਦਾ ਤੇਰਾ ਭਲਾ ਹੋ ਜੇ। ਅਜੇ ਉੱਥੇ ਖੜੋਤਾ। ਆਖੋ ਸਤ ਅਜੇ ਉੱਥੇ ਖੜੋਤਾ ਵਾਂ ਮੈਂ। ਤੇ ਕਹਿੰਦੇ ਮੈਨੂੰ ਤੇ ਪਤਾ ਹੀ ਕੁਝ ਨਹੀਂ ਇੱਦਾਂ ਦੀ ਜ਼ਿੰਦਗੀ 'ਚ ਕੀ ਵਰਤਦਾ। ਮੈਂ ਤੇ ਪਿਆਰੇ ਵੱਲ ਨਿਗਾਹ ਰੱਖਦਾ। ਅਸੀਂ ਪਰੇਸ਼ਾਨ ਤਾਂ ਏ, ਅਸੀਂ ਪੁਰਾਣੀ ਤੋਂ ਪੁਰਾਣੀ ਚੀਜ਼ ਨਾਲ ਜੁੜੇ ਪਏ। ਅੱਗੇ ਭਰਾਵਾਂ ਦਾ ਵੈਰ ਉਹ 20 ਸਾਲ ਪਹਿਲੀ ਗੱਲ ਵੀ ਪੰਚਾਇਤ 'ਚ ਕੱਢ ਕੇ ਰੱਖ ਦੇਣਗੇ, ਇਹਨੇ ਮੇਰੇ ਨਾਲ ਇੱਦਾਂ ਕੀਤਾ। ਉਹ ਚੀਜ਼ ਸਾਨੂੰ ਟਿਕਾਣੇ ਨਹੀਂ ਲੱਗਣ ਦਿੰਦੀ। ਬਾਬੇ ਫਰੀਦ ਨੇ ਕਿਹਾ ਗੁੱਸਾ ਮਣਨਾ ਹੰਡਾਏ। ਅਸੀਂ ਹੰਡਾਉਣੇ ਆ। 30 ਸਾਲ ਪੁਰਾਣੀ ਗੱਲ ਆ, ਫਿਰ ਵੀ ਆਪਦੇ ਬੱਚੇ ਨੂੰ ਕਹਿੰਦਾ ਇਹਨਾਂ ਦੇ ਪਿਓ ਨੇ ਸਾਡੇ ਨਾਲ ਇੱਦਾਂ ਕੀਤਾ ਸੀ, ਪੁੱਤ ਰਗੜ ਦਿਓ। ਤੇ ਗੁਰਬਾਣੀ ਕੀ ਕਹਿੰਦੀ ਵੀ ਹੰਡਾਈ ਨਾ। ਗੁੱਸਾ ਆਉਣਾ ਜਾਇਜ਼ ਹੈ, ਪਰ ਮੰਨ ਲਓ ਅੱਜ ਆਪਾਂ ਮਿਲੇ ਆ ਇੱਕ ਦੂਜੇ ਨੂੰ, ਜਿਹੜਾ ਸ਼ਿਕਵਾ ਇਹਨੂੰ ਇੱਥੇ ਛੱਡ ਦਿਓ। ਉਹ ਕਹਿੰਦਾ ਉਦੋਂ ਦਾ ਨਾਲ ਹੀ ਲਈ ਫਿਰਦਾ। ਉਹ ਜਗ੍ਹਾ ਵੀ ਬਦਲ ਗਈ, ਸਮਾਂ ਵੀ ਬਦਲ ਗਿਆ, ਮੈਂ ਵੀ ਅੱਗੇ ਨਿਕਲ ਗਿਆ ਤੇ ਤੂੰ ਉੱਥੇ ਹੀ ਖੜਾ ਏ। ਭਲਿਆ ਇੱਕ ਚੀਜ਼ ਜ਼ਿੰਦਗੀ 'ਚ ਕਾਇਮ ਰੱਖ ਲਾ। ਗੁਰਬਾਣੀ ਕਹਿੰਦੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਦੇਖ ਕੇ ਅੰਡਿਠ ਕੀਤਾ ਤਿਨਾਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਮਾਰੇ ਕਹਿੰਦੇ ਮੇਰਾ ਸਿੱਖ ਇੱਦਾਂ ਦਾ ਚਾਹੀਦਾ ਵੀ ਦੇਖ ਵੀ ਲਿਆ ਕਿਸੇ ਦਾ ਬੁਰਾ ਚੰਗਾ ਤੇ ਅੰਡਿਠ ਕਰ ਦੇ। ਇਹ ਆਪਾਂ ਤੇ ਉਹਨੂੰ ਦੇਖ ਕੇ ਜੇਬ 'ਚ ਪਾ ਕੇ ਸਾਰੇ ਪਿੰਡ ਨੂੰ ਵੰਡ ਕੇ ਵੀ ਨਹੀਂ ਰੱਜੀਦਾ। ਤੇ ਸੁੱਖ ਕਿੱਥੋਂ ਆਉਣਾ? ਬਾਬੇ ਫਰੀਦ ਨੇ ਕਿਹਾ ਬਾਣੀ ਕਹਿੰਦੀ ਵਾਅਦਾ ਕਰਦੀ ਤੇਰੇ ਨਾਲ, ਤੂੰ ਗੁੱਸਾ ਛੱਡ ਦੇ ਤੇ ਮੈਂ ਤੈਨੂੰ ਰਾਜੀ ਕਰਦਾ। ਸਾਰੀਆਂ ਚੀਜ਼ਾਂ ਤੇਰੀ ਝੋਲੀ 'ਚ ਪਾ ਦੂੰ। ਫਰੀਦਾ ਬੁਰੇ ਦਾ ਭਲਾ ਕਰ ਕੀਤਾ ਜੇ ਕਦੇ? ਭਲੇ ਦਾ ਨਹੀਂ ਹੁੰਦਾ ਭਲਾ, ਬੁਰੇ ਦਾ ਕਿੱਥੋਂ ਹੋਣਾ? ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ। ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ। ਭੈਣੋ ਤੁਸੀਂ ਵੀ ਸੁਣੋ ਵੀਰੋ, ਜਿਹੜਾ ਬੰਦਾ ਗੁੱਸੇ ਨੂੰ ਇੱਥੇ ਰੱਖ ਲੈਂਦਾ ਨਾ, ਉਹਨੂੰ ਪੀਸੀ ਜਾਂਦਾ ਵਾਰ-ਵਾਰ, ਰੋਗੀ ਹੋ ਜੂ। ਬੀਪੀ ਵਧਣ ਦਾ ਬਣਾਉਂਦਾ। ਤੁਸੀਂ ਕੋਈ ਟੈਨਸ਼ਨ ਲੈ ਲਓ 5-7 ਦਿਨ, 6ਵੇਂ ਦਿਨ ਤੁਹਾਡਾ ਬੀਪੀ ਵੱਧ ਜਾਣਾ। ਨਹੀਂ ਤੇ ਸ਼ੂਗਰ ਤੇ ਤਾਂ ਠਾ ਪੱਕੀ ਹੋਊਗੀ ਨਾ। ਇਹ ਸੱਚਾਈ ਹੈ। 950 ਸਾਲ ਹੋ ਗਿਆ ਬਾਬੇ ਫਰੀਦ ਨੂੰ। ਅੱਜ 1173 'ਚ ਆਏ ਸੀ, 2022 ਹੈ। ਬਾਬੇ ਨਾਨਕ ਤੋਂ 400 ਸਾਲ। ਐਡਾ ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਾਜ ਦੱਸ ਕੇ ਗਿਆ ਤੁਹਾਨੂੰ। ਐਵੇਂ ਥੋੜਾ ਲਿਖ ਗਿਆ ਵੀ ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ। ਅੱਜ ਆਪਾਂ ਸਾਰੇ ਦੁਖੀ ਤਾਂ ਵਾਂ ਵੀ ਆਪਾਂ ਚੀਜ਼ ਨੂੰ ਚਿੱਥਦੇ ਬਹੁਤ। ਛੱਡ ਦਿਆ ਕਰੋ ਇਹਨਾਂ ਚੀਜ਼ਾਂ ਨੂੰ। ਗੁਰੂ ਦੀ ਬਾਣੀ ਲੈਣ, ਕਥਾ ਸੁਣਾਈ, ਬਾਹਰ ਜਾ ਕੇ ਤੁਹਾਨੂੰ ਪੁੱਛੇ ਕੀ ਕਥਾ ਸੀ, ਤੁਸੀਂ ਕਹਿਣਾ ਚੇਤਾ ਭੁੱਲ ਗਿਆ। ਤੇ ਜੇ ਕਿਸੇ ਨਾਲ ਲੜਾਈ ਝਗੜਾ ਹੋਵੇ, ਭਾਵੇਂ 40 ਸਾਲ ਕੇਸ ਚੱਲੇ, ਭੁੱਲੋਗੇ ਤੁਸੀਂ? ਮੇਰੇ ਦਾਦੇ ਦੇ ਗਾਂ ਦਾਦੇ ਨੇ ਵੱਟ ਵੱਢੀ, ਅਜੇ ਤਾਈਂ ਯਾਦ ਹੈ। ਆਖੋ ਸਤਨਾਮ। ਤੇ ਗੁਰੂ ਸਾਹਿਬ ਦੀ ਕਥਾ 1 ਘੰਟੇ ਬਾਅਦ ਪੁੱਛ ਲਓ, ਕਹਿਣਾ ਜੀ ਚੇਤਾ ਭੁੱਲ ਗਿਆ।
ਬੈਠੇ ਤਾਂ ਸੀ। ਇਸ ਕਰਕੇ ਅਸੀਂ ਜਿਹੜੀ ਚੀਜ਼ ਵਸਾਉਣੀ ਹੈ ਉਹਨੂੰ ਗਵਾਈ ਜਾ ਰਹੇ ਹਾਂ, ਜਿੰਨੇ ਸਾਨੂੰ ਬਰਬਾਦ ਕਰਨਾ ਉਹਨੂੰ ਜਮ੍ਹਾਂ ਕਰੀ ਜਾ ਰਹੇ ਹਾਂ। ਆਓ ਪਿਆਰਿਓ ਸ਼ਬਦ ਨਾਲ ਜੁੜੀਏ, 2 ਮਿੰਟ ਕਿਰਪਾ ਕਰਿਓ। ਵਾਹਿਗੁਰੂ 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 ਕਾਲੇ ਲਿਖ ਨਾ ਲੇਖ ਫਰੀਦਾ, ਕਾਲੇ ਲਿਖ ਨਾ ਲੇਖ, ਕਾਲੇ ਲਿਖ ਨਾ ਲੇਖ ਫਰੀਦਾ, ਕਾਲੇ ਲਿਖ ਨਾ ਲੇਖ। ਜੇ ਤੂੰ ਅਕਲ ਲਤੀਫ, ਜੇ ਤੂੰ ਅਕਲ ਲਤੀਫ, ਜੇ ਤੂੰ ਅਕਲ ਲਤੀਫ, ਜੇ ਤੂੰ ਅਕਲ ਲਤੀਫ। ਕਾਲੇ ਲਿਖ ਨਾ ਲੇਖ ਫਰੀਦਾ, ਕਾਲੇ ਲਿਖ ਨਾ ਲੇਖ, ਕਾਲੇ ਲਿਖ ਨਾ ਲੇਖ ਫਰੀਦਾ, ਕਾਲੇ ਲਿਖ ਨਾ ਲੇਖ। ਆਪਣੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ, ਆਪਣੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ। ਆਪਣੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ, ਆਪਨੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ। ਕਾਲੇ ਲਿਖ ਨਾ ਲੇਖ ਫਰੀਦਾ, ਕਾਲੇ ਲਿਖ ਨਾ ਲੇਖ, ਕਾਲੇ ਲਿਖ ਨਾ ਲੇਖ ਫਰੀਦਾ, ਕਾਲੇ ਲਿਖ ਨਾ ਲੇਖ। ਜੇ ਤੂੰ ਅਕਲ ਲਤੀਫ, ਜੇ ਤੂੰ ਅਕਲ ਲਤੀਫ, ਜੇ ਤੂੰ ਅਕਲ ਲਤੀਫ, ਜੇ ਤੂੰ ਅਕਲ ਲਤੀਫ। ਮਹਾਰਾਜ ਜੀ ਕਹਿੰਦੇ ਜੇ ਸੋਹਣੀ ਅਕਲ ਵਾਲਾ ਏ ਕਿ ਕਾਤੋਂ ਕਾਲੇ ਲੇਖ ਲਿਖੀ ਜਾਣਾ, ਟਾਈਮ ਥੋੜਾ ਹੈ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਪਹਿਲਾ, ਘਰ ਤੀਜਾ। ਸ੍ਰੀ ਰਾਗ ਪਹਿਲਾ ਰਾਗ ਹੈ। ਪਹਿਲੇ ਪਾਤਸ਼ਾਹ ਬਾਬਾ ਨਾਨਕ ਜੀ ਤੀਜੇ ਘਰ ਵਿੱਚ ਕਿਰਪਾ ਕਰਦੇ ਹਨ। ਇਹੋ ਤਨ ਧਰਤੀ ਬੀਜ ਕਰਮਾ ਕਰੋ, ਸਲਲ ਉਪਾਓ ਸਾਰੰਗ ਪਾਣੀ। ਮਹਾਰਾਜ ਜੀ ਕਹਿੰਦੇ ਇਹ ਜਿਹੜਾ ਤੇਰਾ ਧਨ ਹੈ ਨਾ, ਇਹ ਧਰਤੀ ਆ, ਪੈਰਾਂ ਤੋਂ ਸਿਰ ਤੱਕ ਇਹ ਕੀਲਾ ਪੈਲੀ ਦਾ ਤੇਰਾ। ਬੀਜ ਕਰਮਾਂ ਕਰੋ, ਕਹਿੰਦੇ ਇਹਦੇ ਚ ਕਰਮਾਂ ਦੇ ਬੀਜ ਬੀਜਨੇ ਤੋਂ। ਤੇ ਜੇ ਇਹ ਗੱਲ ਯਾਦ ਰੱਖੀ, ਜਿਹੜੇ ਬੀਜੇ ਉਹਨਾਂ ਉਗਣਾ ਜ਼ਰੂਰੀ। ਆਖੋ ਸਤਨਾਮ ਵਾਹਿਗੁਰੂ। ਗੱਲ ਇੱਕ ਨਾ ਹਿੰਦੂ ਵੀਰ ਕਥਾ ਕਰ ਰਿਹਾ, ਉਹਨੇ ਆਪਣੇ ਵੇਦਾਂ ਦੀ ਉਦਾਹਰਨ ਦਿੱਤੀ, ਆਪਣੀ ਸਿਮਰਤੀਆਂ ਦੀ। ਕਹਿੰਦਾ ਵੀ ਜਿਹੜੇ ਬੱਚੇ ਆਪਣੇ ਮਾਂ ਪਿਓ ਦੇ ਉੱਤੇ ਹੱਥ ਚੁੱਕਦੇ ਆ ਨਾ, ਅਗਲੇ ਜਨਮ 'ਚ ਉਹਨਾਂ ਦੇ ਦੋਵੇਂ ਹੱਥ ਨਹੀਂ ਹੋਣੇ। ਆਖੋ ਸਤਨਾਮ ਵਾਹਿਗੁਰੂ। ਕਹਿੰਦਾ ਮੈਂ ਸਿਮਰਤੀਆਂ ਪੜ੍ਹੀਆਂ, ਕਿਉਂਕਿ ਵਧੀਆ ਚੀਜ਼ ਜਿੱਥੋਂ ਮਿਲਦੀ ਲੈਣੀ ਚਾਹੀਦੀ। ਕਹਿੰਦਾ ਜਿਹੜਾ ਬੱਚਾ ਮਾਂ ਪਿਓ ਪਾਲਣ ਵਾਲੇ ਤੇ ਚਪੇੜਾਂ ਮਾਰ
ਮਰਦਾ ਅਗਲੇ ਜਨਮ 'ਚ ਉਹਦੀਆਂ ਬਾਹਾਂ ਨਹੀਂ ਹੋਣੀਆਂ। ਇਹਨੂੰ ਕਰਮ ਕਹਿੰਦੇ ਆ। ਇਹ ਸੱਚਾਈ ਵੇਖ ਲਓ, ਜਿਹਨੇ ਆਪਣੇ ਮਾਂ ਪਿਓ ਦੇ ਲੱਤਾਂ ਮਾਰੀਆਂ ਨਾ ਵੱਖੀ ਉਹਦੀਆਂ ਲੱਤਾਂ ਨਹੀਂ ਹੋਣੀਆਂ, ਕਰਮ ਹੀ ਆ। ਹੁਣ ਕਈ ਜੰਮਦੇ ਬੱਚੇ ਵੇਖੋ, ਉਹਨਾਂ ਦੇ ਹੱਥ ਨਹੀਂ ਹੁੰਦੇ, ਪੈਰ ਨਹੀਂ ਹੁੰਦੇ, ਕਿਸੇ ਦੇ ਲੱਕ ਦੇ ਵਿੱਚ ਕੁੱਬ ਹੁੰਦਾ, ਕਿਸੇ ਨੂੰ ਇਹ ਲੈਣੇ ਦੇਣੇ ਆ। ਆਪਾਂ ਅੱਜ ਨਹੀਂ ਮੰਨਦੇ, ਅੱਜ ਆਪਾਂ ਕਹਿੰਦੇ ਬਾਬਾ ਜੀ ਮੱਥਾ ਟੇਕ ਕੇ ਚੱਲੀਏ, ਅੱਜ ਆਪਾਂ ਸੁਣਦੇ ਨਹੀਂ ਮਾਰੇ ਨੂੰ। ਘਰੇ ਅਖੰਡ ਪਾਠ ਚੱਲਦਾ, ਕਿੰਨੇ ਕੁ ਮਿੰਟ ਸੁਣਿਆ। ਸਾਡੇ ਬਜ਼ੁਰਗ ਹੁੰਦੇ ਸੀ, ਉਹਨਾਂ ਨੇ ਨਾ ਲਾਗੇ ਕੁੰਭ ਰੱਖ ਦੇਣਾ ਭਾਂਡਾ, ਤੇ ਮੇਰੇ ਮੁੱਖ ਚੋਂ ਫਿੱਕੇ ਬਚਨ ਨਿਕਲਦੇ ਆ। ਆ ਜਿਹੜੇ ਹੁਣ ਮਸ਼ੀਨਰੀ ਆਏ, ਮੈਂ ਕਹਿਣੋਂ ਸਾਫ਼ ਕਵਾਂਗਾ, ਇਹਨਾਂ ਨੂੰ ਰੱਬ ਸੰਭਾਲ ਲੇ, ਇਹਨਾਂ ਨੇ ਉਹ ਭਾਂਡਾ ਵਿੱਚ ਕਰ। ਤੁਸੀਂ ਮੇਰੇ ਨਾਲ ਸਹਿਮਤ ਹੋਇਓ ਨਾ ਹੋਇਓ, ਪਰ ਇੱਕ ਗੱਲ ਸੱਚੀ ਸੀ, ਜੇ 5 ਬਾਣੀਆਂ ਪੜ੍ਹਿਆ ਅੰਮ੍ਰਿਤ ਤਿਆਰ ਹੁੰਦਾ, ਮੰਨਦੇ ਹੋ ਨਾ, ਤੇ ਆਪਾਂ 15 ਮਿੰਟ 7-8 ਮਿੰਟ ਬਹਿਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੱਲਦੀ ਹੋਵੇ, ਪਰ ਉਹ ਜਿਹੜਾ ਕੁੰਭ ਸੀ ਨਾ, ਉਹਦੇ 'ਚ ਜਿਹੜਾ ਜਲ ਸੀ ਉਹ 48 ਘੰਟੇ ਬਾਣੀ ਦੇ ਕੋਲ ਪਿਆ ਰਿਹਾ। ਇਹ ਸਾਡੇ ਜਿਹੜੇ ਦਾਦੇ ਵੱਡੇ ਹੁੰਦੇ ਸੀ ਨਾ, ਉਹਨਾਂ ਨੇ ਫਿਰ ਜਦੋਂ ਭੋਗ ਪੈ ਜਾਣਾ ਤੇ ਉਹ ਕੁੰਭ ਘਰ 'ਚ ਟਿਕਾ ਦੇਣਾ, ਤੇ ਉਹਦੇ ਵਿੱਚੋਂ ਇੱਕ ਗਲਾਸ ਕੱਢ ਕੇ ਤੇ ਵਾਟਰ ਕੂਲਰ 'ਚ ਪਾਉਣਾ, ਜਿਹੜਾ ਪਾਣੀ ਸਾਰਿਆਂ ਪੀਣਾ। ਜਾਣੀ ਉੱਥੇ ਗੁਰਬਾਣੀ ਦਾ ਅਸਰ ਹੋਇਆ ਹੁੰਦਾ ਏ। ਤੇ ਉਹ ਜਦੋਂ ਜਲ ਸਾਰੇ ਛਕਦੇ ਤੇ ਅੰਦਰ ਅਗਲਿਆਂ ਨੇ ਕਹਿਦਾ, ਕਹਿੰਦੇ ਇਹ ਬਾਹਮਣਵਾਦ ਕੁੰਭ ਵੀ ਚੁਕਾ ਛੱਡੇ। ਬਾਣੀ ਵੀ ਇਹ ਸ਼ੁਰੂ ਪਤਾ ਕਿੱਥੋਂ ਹੋਏ ਸੀ ਇਹ ਲੋਕ? ਉਦੋਂ ਅਸੀਂ ਸੁੱਤੇ ਸੀ। ਸਭ ਤੋਂ ਪਹਿਲਾਂ ਇੱਥੋਂ ਸ਼ੁਰੂ ਹੋਏ ਸੀ ਕਿ ਧੂਫ ਨਹੀਂ ਲਾਉਣੀ, ਫਿਰ ਇਹਨਾਂ ਕਿਹਾ ਜੋਤ ਨਹੀਂ ਜਗਾਉਣੀ, ਫਿਰ ਇਹਨਾਂ ਕਿਹਾ ਕੁੰਭ ਮਨਮਤ ਹੈ, ਫਿਰ ਇਹਨਾਂ ਨੇ ਕਿਹਾ ਜਿਹੜਾ ਪਾਣੀ ਗੁਰੂ ਦੇ ਅੱਗੇ ਤਰੋਕਦੇ ਆ, ਇਹ ਵੀ ਇਹ ਇੱਕ ਬੋਲਣ ਦਿਆ, ਕਹਿੰਦਾ ਉਦੋਂ ਕੱਚੇ ਰਾਹ ਹੁੰਦੇ ਸੀ ਤੇ ਤਾਂ ਤਰੋਕਦੇ ਸੀ ਵੀ ਘੱਟਾ ਨਾ ਉੱਡੇ, ਉਹ ਵੀ ਹਟਾਇਆ। ਫਿਰ ਕਹਿੰਦੇ ਜੁੱਤੀ ਪਾ ਕੇ ਮਾਰੇ ਚੁੱਕ ਲਓ, ਕੋਈ ਚੱਕਰ ਨਹੀਂ, ਪੈਰ 'ਚ ਕੁਝ ਵਾਜੂ, ਤੇਰੇ ਪੈਰ ਸੋਨੇ ਦੇ। ਗੁਰੂ ਅਰਜਨ ਸਾਹਿਬ ਤਤੀ ਤਵੀ ਤੇ ਬਹਿ ਗਏ ਸੜਦੀ ਤੇ। ਕਈਆਂ ਨੂੰ ਕਹੀਦਾ, ਅੱਗੋਂ ਕਹਿਣਗੇ ਜੀ ਸ਼ਰਧਾ ਹੁੰਦੀ ਹੈ। ਮੈਂ ਕਿਹਾ ਸ਼ਰਧਾ ਨਹੀਂ, ਇਹ ਨੁਕਸਾਨ ਕਰੂਗੀ ਚੀਜ਼ ਕਿਤੇ। ਕਈ ਲੜ ਪੈਂਦੇ ਕਈ ਥਾਵਾਂ ਤੇ, ਲੈ ਬਾਬਾ ਜੀ ਪੈਰਾਂ 'ਚ ਚੱਪਲਾਂ ਪਾ ਲਓ, ਕਿਤੇ ਕੰਡਾ ਵਾਜੂ, ਤੈਨੂੰ ਭਰੋਸਾ ਹੀ ਨਹੀਂ। ਬਾਬਾ ਦੀਪ ਸਿੰਘ ਦਾ ਸੀਸ ਲੈ ਗਿਆ ਤੇ 13 ਮੀਲ ਖੰਡਾ ਵਾਹੁੰਦਾ ਪਹੁੰਚ ਗਿਆ ਤੇ ਤੇਰੇ ਪੈਰ 'ਚ ਵਾਜੂ ਕੁਝ। ਫਿਰ ਇਹਨਾਂ ਜੁੱਤੀਆਂ ਪਾ ਕੇ ਮਾਰੇ ਚਕਾਏ। ਫਿਰ ਇਹਨਾਂ ਨੇ ਕੀ ਕੀਤਾ? ਫਿਰ ਇਹਨਾਂ ਨੇ ਚੌਰ ਤੇ ਬੋਲੇ। ਕਰਦਿਆਂ ਹੁਣ ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚੇ, ਔਰ ਇਸ ਵੇਲੇ ਜ਼ੋਰ ਲਾ ਰਿਹਾ, ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਹੀਂ ਹੈ, ਅੱਖਰ ਸ਼ਬਦ ਹੈ। ਤੇ ਕੀ ਕਰੋਗੇ ਇਹਨਾਂ ਦਾ ਹੁਣ? ਅੱਤ ਤੇ ਖੁਦਾ ਦਾ ਬੈਰ ਹੁੰਦਾ ਏ। ਇਹ ਸ਼ੁਰੂ ਇੱਥੋਂ ਹੋਏ ਸੀ। ਲੋਕ ਸਾਡੇ ਪ੍ਰਚਾਰਕ ਸ਼੍ਰੇਣੀ ਨੂੰ ਇਹਨਾਂ ਖਰੀਦਿਆ ਪਹਿਲਾਂ, ਭਾਵੇਂ ਚੀਜ਼ ਮੈਂ ਦੇਣੀ ਮੰਨਦਾ ਏ। ਅਗਲਿਆਂ ਨੇ ਵੇਖਿਆ ਇਹਨਾਂ ਦੇ ਗੁਰਦੁਆਰੇ ਢਾਏ, ਫੇਰ ਬਣਾ ਲੈਂਦੇ ਭਾਈ, ਇਹਨਾਂ ਦੇ ਸਰੋਵਰ ਪੂਰੇ ਫੇਰ ਸਹੀ ਕਰ ਲੈਂਦੇ ਐ। ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾੜ ਕੇ ਨਵਾਂ ਲੈ ਆਉਂਦੇ। ਕੌਮ ਨੂੰ ਮਾਰਨਾ ਕਿੱਦਾਂ? ਕਹਿੰਦੇ ਇਹਨਾਂ ਦੇ ਕਥਾਵਾਚਕ ਖਰੀਦ ਲਓ। ਉਹਨਾਂ ਮੈਨੂੰ ਆ ਕੇ ਪੁੱਛਿਆ, ਕਹਿੰਦੇ ਕਾਕਾ ਕਿੰਨੀ ਤਨਖਾਹ ਵਾ? ਮੈਂ ਕਿਹਾ 9000। ਕਹਿੰਦੇ ਬਸ ਇਹ ਸੰਗਤ ਜਿਹੜੀ ਕਥਾ ਸੁਣਦੀ ਉਹ ਕੀ ਦਿੰਦੀ ਆ? ਮੈਂ ਕਿਹਾ ਇੱਥੇ ਤੇ ਕੁਝ ਨਹੀਂ, ਬਾਹਰ ਦੇ ਦਿੰਦੇ 10-10 ਰੁਪਏ ਹੋ ਜਾਂਦਾ, 500 ਰੁਪਏ। ਕਹਿੰਦੇ ਬਸ। ਕਹਿੰਦੇ ਆ ਜਾ ਫਿਰ ਸਾਡੇ ਡੇਰੇ, 70-80 ਹਜ਼ਾਰ ਤਨਖਾਹ ਦੇਵਾਂਗੇ, 20 ਲੱਖ ਦੀ ਗੱਡੀ ਮਿਲੂ, ਸਾਰੀ ਫੈਮਿਲੀ ਤੇਰੀ ਬਾਹਰਲੇ ਦੇਸ਼ ਸੈੱਟ ਕਰਾਂਗੇ। ਤੇ ਬੋਲਣਾ ਕੀ ਹੈ? ਜਿੱਥੇ ਸਿੱਖੀ ਦਾ ਪ੍ਰਚਾਰ ਕਰਨਾ ਉੱਥੇ ਸਿੱਖੀ ਦਾ ਘਾਣ ਕਰਨਾ। ਆਹ ਚੀਜ਼ਾਂ ਅਗਲਿਆਂ ਨੇ ਕੀਤੀਆਂ ਸਾਡੇ ਨਾਲ। ਅੱਜ ਅਸੀਂ ਆਪਣੇ ਗ੍ਰੰਥੀ ਪ੍ਰਚਾਰਕ ਨੂੰ ਧੱਕੇ ਦਿੱਤੇ। ਅਗਲਿਆਂ ਵੇਖਿਆ ਮੌਕਾ, ਉਹਨਾਂ ਕਿਹਾ ਆਵਾਜ਼ ਸੋਹਣੀ ਹੈ, ਇਹਨਾਂ ਕੋਲ ਗੁਣ ਹੈ, ਇਹਨਾਂ ਨੂੰ ਕਿਸੇ ਸਾਂਭਣਾ ਨਹੀਂ, ਅਗਲਿਆਂ ਸਾਂਭ ਲਿਆ। ਹੁਣ ਜਿਹੜਾ ਤੇ ਜ਼ਮੀਰ ਵਾਲਾ ਹੋਵੇ ਉਹ ਤਾਂ ਨਹੀਂ ਜਾਊਗਾ, ਤੇ ਜਿਹੜਾ ਗਰੀਬ ਕਰੋ ਅਗਲਾ ਕਹਿੰਦਾ ਆ ਜੱਗ ਮਿੱਠਾ, ਅਗਲਾ ਕਹਿੰਦੇ ਡਿੱਟਾ। ਉਹ ਲੇਖਾ ਜੋਖਾ ਬਾਅਦ 'ਚ ਵੇਖਾਂਗੇ। ਅਗਲੇ ਕਹਿੰਦੇ ਚਲੋ ਭਾਊ ਆ ਗਏ ਅਸੀਂ। ਤੇ ਉਹਨਾਂ ਲੋਕਾਂ ਨੇ ਅੱਜ ਗੁਰੂ ਨਾਨਕ ਦੇ ਘਰ ਨੂੰ ਵੱਟਾ ਲਾਇਆ ਪਿਆ। ਤੁਸੀਂ ਜਿਹੜੀ 70 ਸਾਲਾਂ 'ਚ ਕਥਾ ਕਰ ਦੁਨੀਆ ਜੋੜੀ ਆ ਨਾ, ਅੱਜ ਅਗਲੇ 7 ਮਿੰਟਾਂ 'ਚ ਗੱਲ ਸੁਣਾ ਕੇ ਤੇ ਤੁਹਾਡੀ ਪਨੀਰੀ ਨੂੰ ਤੋੜਤਾ ਅਗਲਿਆਂ। ਨਿੱਕੇ ਨਿੱਕੇ ਬੱਚੇ ਪੁੱਛਦੇ ਆ, ਜੀ ਮੈਂ ਬਾਬਾ ਜੀ ਨੂੰ ਸੁਣਿਆ ਸੀ ਉੱਥੇ ਮੋਬਾਇਲ ਤੇ, ਉਹ ਤੇ ਕਹਿੰਦੇ ਸੀ ਗੁਰਦੁਆਰੇ ਜਾਣਾ ਹੀ ਨਹੀਂ ਚਾਹੀਦਾ। ਕਹਿੰਦੇ ਆ ਨਾ ਬੱਚੇ, ਬਾਬਾ ਜੀ ਨੂੰ ਮੈਂ ਸੁਣਿਆ, ਉਹ ਕਹਿੰਦੇ ਅੰਮ੍ਰਿਤ ਵੇਲਾ ਹੁੰਦਾ ਹੀ ਨਹੀਂ ਆ। ਬਾਬਾ ਜੀ ਨੂੰ ਮੈਂ ਸੁਣਿਆ ਸੀ, ਉਹ ਕਹਿੰਦੇ ਪੋਥੀ ਸਾਹਿਬ ਤੇ ਹੈ ਨਹੀਂ। ਬਾਬਾ ਜੀ ਨੂੰ ਮੈਂ ਸੁਣਿਆ, ਉਹ ਕਹਿੰਦੇ ਅੰਮ੍ਰਿਤ ਤੇ ਹੈਗਾ ਹੀ ਨਹੀਂ। 9ਵੇਂ ਪਾਤਸ਼ਾਹ ਨੇ ਕਿਹੜਾ ਅੰਮ੍ਰਿਤ ਛਕਿਆ ਸੀ? ਬਾਬੇ ਨਾਨਕ ਨੇ ਕਿਹੜਾ ਗਾਤਰਾ ਪਾਇਆ ਸੀ? ਅੰਮ੍ਰਿਤ ਤੇ 10ਵੇਂ ਪਾਤਸ਼ਾਹ ਲੈ ਕੇ ਆਏ। ਜਦੋਂ ਇੱਦਾਂ ਦੀਆਂ ਗੱਲਾਂ ਕਰਦੇ ਤੇ ਆਉਣ ਵਾਲੀ ਪੀੜ੍ਹੀ ਸਾਡੀ ਨਾਸਤਿਕ ਹੋ ਜਾਣੀ ਹੈ।
ਤੇ ਸਾਡਾ ਗੁਰੂ ਜਾਂਦਾ ਜਾਂਦਾ ਕੀ ਕਹਿ ਕੇ ਗਿਆ ਸੀ ਗੁਰਤਾ ਗੱਦੀ ਦੇ ਕੇ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰ ਕਹਿ ਕੇ ਗਿਆ ਸੀ ਨਾ, ਆਗਿਆ ਭਈ ਅਕਾਲ ਕੀ ਤਵੀ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ ਤੁਹਾਡਾ ਗੁਰੂ ਕਹਿੰਦਾ ਸੀ ਵੀ ਗੁਰੂ ਗ੍ਰੰਥ ਸਾਹਿਬ ਪ੍ਰਗਟ ਗੁਰਾਂ ਦੀ ਦੇਹ ਹੈ, ਸਰੀਰ ਹੈ, ਇਹਨੂੰ ਕਿਤੇ ਅੱਖਰ ਨਾ ਸਮਝਿਓ। ਅਗਲਿਆਂ ਨੇ ਅੱਜ ਤੁਹਾਨੂੰ ਇਸ ਚੀਜ਼ ਤੋਂ ਇਨਕਾਰੀ ਕਰਤਾ। ਫਿਰ ਉਹ ਕਹਿੰਦੇ ਜੋ ਸ਼ਰਧਾ ਕਰ ਸੇਵੰਦੇ, ਅਗਲਿਆਂ ਨੇ ਵੇਖਿਆ ਇਸ ਕੌਮ ਦੀ ਸ਼ਰਧਾ ਖਤਮ ਕਰੋ, ਇਹ ਕੌਮ ਆਪੇ ਖਤਮ ਹੋ ਜਾਣੀ। ਅੱਜ ਸਾਡੀ ਸ਼ਰਧਾ ਗਈ। ਅੱਗੇ ਡਰ ਹੁੰਦਾ ਸੀ ਕਹਿਣਾ ਕੁੜਤਾ ਪਜਾਮਾ ਪਾਓ, ਗਲ 'ਚ ਹਜੂਰੀਆ ਚਾਹੀਦਾ, ਬਾਣਾ ਪਾ ਕੇ ਬਾਣੀ ਫੜੋ। ਅੱਜ ਅਗਲੇ ਬੈਲਟ ਲਾਈ, ਜੀਨ ਪਾਈ, ਟੀ-ਸ਼ਰਟ, ਕਥਾ ਕਰਨ ਦਿਆ, ਉਹ ਕੀ ਕਰੋਗੇ? ਦੇਖੋ ਹਰ ਇੱਕ ਚੀਜ਼ ਦਾ ਡਿਸਿਪਲਨ ਆ। ਭੈਣਾਂ ਬੇਟੀਆਂ ਤੁਸੀਂ ਬੱਚੇ ਸਕੂਲ ਭੇਜਦੇ ਹੋ, ਇੱਕ ਦਿਨ ਵਰਦੀ ਨਾ ਪਾਓ, ਅਗਲੇ ਦਿਨ ਕਾਪੀ ਤੇ ਲਿਖ ਦਿੰਦੇ ਕੱਲ ਨੂੰ ਫਾਈਨ ਹੋਵੇਗਾ, ਤੁਹਾਡੇ ਬੱਚੇ ਨੂੰ ਜੁਰਮਾਨਾ ਹੋ ਜਾਣਾ ਹੈ। ਤੇ ਗੁਰੂ ਘਰ ਕੋਈ ਮਰਜ਼ਾਦਾ ਨਹੀਂ ਰਹੇਗੀ। ਜੇ ਕੋਈ ਦਾੜੀ ਕੱਟੀ ਵਾਲਾ ਜਰਦਾ ਲਾਇਆ, ਉਹ ਵੀ ਕਹਿੰਦਾ ਬਾਬਾ ਚੌਰ ਕਰਨਾ। ਮੈਂ ਕਿਹਾ ਵੀ ਤੂੰ ਨਹੀਂ, ਕਹਿੰਦਾ ਤੁਸੀਂ ਰੱਬ ਆ, ਤੁਸੀਂ ਗੁਰਦੁਆਰਾ ਸਿਰ ਤੇ ਚੁੱਕਿਆ, ਤੁਸੀਂ ਅਸੀਂ ਨਹੀਂ ਸੇਵਾ ਕਰ ਸਕਦੇ। ਕੀ ਕਰੂਗਾ ਕੋਈ? ਹੁਣ ਦੱਸੋ। ਕੋਈ ਡਿਸਿਪਲਨ ਨਹੀਂ ਰਹਿ ਗਿਆ ਗੁਰਬਾਣੀ ਕੋਈ। ਇਹ ਸਾਰੀਆਂ ਚੀਜ਼ਾਂ ਉਹਨਾਂ ਲੋਕਾਂ ਨੇ ਲਿਆਂਦੀਆਂ ਜਿਨ੍ਹਾਂ ਦੇ ਬਾਬਤ ਮੈਂ ਵਚਨ ਕੀਤਾ। ਸੋ ਵਾਹਿਗੁਰੂ ਕਿਰਪਾ ਕਰਨ ਮਾਰੇ। ਕਹਿੰਦੇ ਸਰੀਰ ਧਰਤੀ ਆ, ਇਹਦੇ 'ਚ ਕਰਮਾਂ ਦਾ ਬੀਜ ਬੀਜੋ, ਜਿੱਦਾਂ ਦਾ ਬੀਜੋਗੇ ਵੱਢਣਾ ਪਵੇਗਾ। ਸਲਲ ਅਪਾਉ ਸਾਰੰਗ ਪਾਣੀ, ਇਸ ਕਰਕੇ ਕਹਿੰਦੇ ਭਾਈ ਭਾਵਨਾ ਦਾ ਪਾਣੀ ਪਾ ਦੇ। ਮਨ ਕਿਰਸਾਨ ਹਰ ਹਿਰਦੇ ਜਮਾਏ ਲੈ, ਇਉ ਪਾਵਸ ਪਦ ਨਿਰਬਾਣੀ। ਕਹਿੰਦੇ ਆਪਣੇ ਮਨ ਨੂੰ ਕਿਰਸਾਨ ਬਣਾ, ਖੇਤੀ ਕਰਨ ਵਾਲਾ, ਤਨ ਨੂੰ ਧਰਤੀ ਬਣਾ, ਕਰਮਾਂ ਨੂੰ ਬੀਜ ਪਾ ਦੇ, ਤੇ ਭਾਵਨਾ ਦਾ ਪਾਣੀ ਪਾਉਣਾ ਏ। ਇਸ ਕਰਕੇ ਮਨ ਰੂਪੀ ਕਿਰਸਾਨ ਹਿਰਦੇ ਰੂਪੀ ਬੋਲ ਦੇ ਵਿੱਚ ਹਿਰਦੈ ਜਮਾਈ ਲੈ, ਹਿਰਦੇ ਦੇ ਵਿੱਚ ਬੋਲ ਲੱਗ ਜੇਗਾ ਬਖਸ਼ਿਸ਼ ਦਾ। ਇਉਂ ਪਾਵਸ ਪਦ ਨਿਰਬਾਣੀ। ਫਿਰ ਜਿੱਦਣ ਤੇਰੀ ਮੌਤ ਹੋਵੇਗੀ, ਤੇਰਾ ਜਨਾਜ਼ਾ ਉੱਠੂਗਾ, ਤੈਨੂੰ ਫਟੇ ਤੇ ਰੱਖ ਕੇ ਲਿਜਾਣਗੇ, ਤੇ ਫਿਰ ਕਹਿੰਦੇ ਉੱਚੀ ਪਦਵੀ ਪਾਵੇਂਗਾ ਉਹਦੇ ਘਰ ਜਾ ਕੇ, ਉੱਥੇ ਤੈਨੂੰ ਪਿਆਰ ਮਿਲੇਗਾ। ਗਰਭ ਸਮੂੜੇ ਮਾਇਆ, ਕਹਿੰਦੇ ਕਾਤੋਂ ਮੂਰਖਾ ਹੰਕਾਰ ਕਰਦਾ ਮਾਇਆ ਦਾ, ਇਹ ਕਿਸੇ ਦੀ ਨਹੀਂ ਹੋਈ। ਅਜੇ ਤੱਕ ਰਾਵਣ ਵਰਗੇ ਲੰਕਾ ਬਣਾ ਕੇ ਛੱਡ ਗਏ ਸੁੰਨੀ, ਦੁਰਯੋਧਨ ਵਰਗੇ ਕਿਹੜੇ ਕਿਹੜੇ ਯੋਧੇ ਸਨ, ਭੀਮ ਵਰਗੇ ਹਾਥੀ ਪੂਛਾਂ ਤੋਂ ਫੜ ਕੇ ਅਸਮਾਨ ਨੂੰ ਸੁੱਟ ਦਿੰਦੇ ਸੀ। ਉਹ ਜੀਆਂ ਰੂਹਾਂ ਨਹੀਂ ਇੱਥੇ ਰਹੀਆਂ। ਤੂੰ ਤੇ ਚੀਜ਼ ਹੀ ਕੀ ਹੈ? ਕਾਹੇ ਗਰਭ ਸਮੂੜੇ ਮਾਇਆ, ਇਸ ਮਾਇਆ ਦਾ ਹੰਕਾਰ ਨਾ ਕਰ, ਬਾਣੀ ਪੜ, ਨਿਮਰਤਾ ਨਾ ਰਿਹਾ ਕਰ, ਹਰ ਕਿਸੇ ਨੂੰ ਪਿਆਰ ਕਰਿਆ ਕਰ। ਵੇਤ ਸੁਤੋ ਸਗਲ ਕਲਤਰ ਮਾਤਾ, ਤੇਰੇ ਹੋਏ ਨਾ ਅੰਤ ਸਖਾਇਆ। ਕਹਿੰਦੇ ਤੇਰਾ ਪਿਓ, ਤੇਰੇ ਪੁੱਤਰ, ਤੇਰੇ ਰਿਸ਼ਤੇਦਾਰ, ਤੇਰੀ ਮਾਂ, ਇਹਨਾਂ ਚੋਂ ਕਿਸੇ ਨੇ ਵੀ ਅੰਤ ਨੂੰ ਤੇਰੇ ਨਾਲ ਨਹੀਂ ਲੰਮੇ ਪੈਣਾ। ਆਖੋ ਵਾਹਿਗੁਰੂ। ਵਾਹਿਗੁਰੂ। ਬਾਣੀ ਤੇ ਇੰਨਾ ਕੁਝ ਪਿਆਰ ਕਰਦੀ, ਪਰ ਆਪਾਂ ਸਮਝ ਨਹੀਂ ਸਕਦੇ। ਬਾਣੀ ਨੂੰ ਸੁਣਨਾ ਬਹੁਤ ਤਕੜਾ ਹਿਰਦਾ ਚਾਹੀਦਾ, ਜਿੱਦਾਂ ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ 'ਚ ਕਹਿੰਦੇ ਟਿਕਦਾ, ਦੂਜੇ 'ਚ ਛੇਕ ਕਰ ਦਿੰਦਾ। ਇਹ ਜਿਹੜਾ ਕਥਾ ਕੀਰਤਨ ਹੈ, ਇਹ ਵੀ ਬੜਾ ਵੱਡਾ ਹਿਰਦਾ ਜਿਹਦਾ ਉਹ ਹੀ ਸੁਣ ਸਕਦਾ, ਦੂਜਾ ਨਹੀਂ ਸੁਣ ਸਕਦਾ। ਕਿਤੇ ਵੇਖ ਲਿਓ, ਜਿਹਦਾ ਹਿਰਦਾ ਨਹੀਂ ਨਾ ਕਾਇਮ ਪੂਰਾ, ਉਹ ਤੇ 1-2 ਮਿੰਟ ਮਸਾਂ ਕੱਢੂ ਆਸਾ ਬਾਸਾ ਕਰਕੇ, ਉਹ ਨਿਕਲ ਜੂ ਬੈ ਬੈ ਕੋ ਸਤਨਾਮ। ਇਸ ਕਰਕੇ ਸਾਧ ਸੰਗਤ ਇਹ ਬਹੁਤ ਵੱਡੀ ਬਖਸ਼ਿਸ਼ ਹੈ। ਇਹਦੇ ਲਈ ਹਿਰਦਾ ਵੀ ਚਾਹੀਦਾ, ਕਰਨ ਵਾਲੇ ਦਾ ਵੀ ਹਿਰਦਾ ਚਾਹੀਦਾ, ਤੇ ਸੁਣਨ ਵਾਲੇ ਦਾ ਵੀ। ਕਈ ਵਾਰੀ ਕਰਨ ਵਾਲਾ ਘਾਬਰ ਜਾਂਦਾ ਜਾਂ ਕਾਹਲਾ ਪੈ ਜਾਂਦਾ, ਉਹਨੂੰ ਸਮਝ ਨਹੀਂ ਆਉਂਦੀ ਕਰਾਂ ਕੀ ਹੋਣਾ। ਉੱਚੀ ਸੁਰ 'ਤੇ ਚੜ੍ਹ ਗਿਆ, ਉਤਰਿਆ ਨਹੀਂ ਜਾਂਦਾ, ਉਧਰੋਂ ਟਾਈਮ ਹੋ ਗਿਆ, ਸਮਾਪਤੀ ਕਿੱਦਾਂ ਕਰਾਂ। ਇਹ ਕਰਨ ਵਾਲਾ ਵੀ ਬੜਾ ਸਹਿਜ ਵਾਲਾ ਚਾਹੀਦਾ, ਤੇ ਸੁਣਨ ਵਾਲਾ ਵੀ। ਇਹ ਪਿਓ ਦਾਦੇ ਦਾ ਖਜ਼ਾਨਾ ਜਿਹੜਾ ਬਟੂਏ ਉਸ 'ਚ ਪੈਂਦਾ, ਜਿਹੜਾ ਬਟੂਆ ਬੜਾ ਕੀਮਤੀ ਹੈ। ਇਹ ਬਹੁਤ ਵੱਡੀ ਰਹਿਮਤ ਹੈ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਕੋਈ ਨਹੀਂ। ਜਦੋਂ ਤੂੰ ਜਾਣਾ ਸਾਰਿਆਂ ਪਾਸੇ ਹੋ ਜਾਣਾ, ਕੱਲਾ ਰਹਿ ਜਾਏਗਾ। ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਦੇਖੇ ਵਿਕਾਰ ਦੁਸ਼ਟ ਕਿਰਖਾ ਕਰੇ, ਇਨ ਤਜ ਆਤਮੇ ਹੋਏ ਧਿਆਈ। ਕਹਿੰਦੇ ਚੰਦਰੇ ਵਿਸ਼ੇ ਵਿਕਾਰ ਭੋਏ ਵਿੱਚ ਇਉਂ ਪੁੱਟ ਦਿੰਦੇ ਜਿਵੇਂ ਖੇਤੀ ਨਦੀਨ। ਇਹਨਾਂ ਵਿਕਾਰਾਂ ਨੂੰ ਤਿਆਗ ਕੇ ਆਪਣੇ ਅੰਦਰ ਚਿੱਤ ਹੋ ਕੇ ਸਿਮਰਦਾ ਹੈ। ਜਪ ਤਪ ਸੰਜਮ ਹੋਏ ਜਬ ਰਾਖੇ,
कमल बिगसे मद आसर ਕਹਿੰਦੇ माई ਜੇ ਜਪ ਤਪ ਸੰਜਮ ਕਰੇਗਾ, ਭਾਵਨਾ ਨਾ ਰਵੇਂਗਾ, ਜਿੱਦਾਂ ਕਮਲ ਦਾ ਫੁੱਲ ਖਿੜਦਾ ਇਦਾਂ ਖਿੜਿਆ ਰਵੇਂਗਾ 24 ਘੰਟੇ। ਹੁਣ ਆਪਣੇ ਕੋਲ ਨਾ ਤੇ ਜਾਪ ਹੀ ਆ ਨਾ ਤਾਪ ਹੀ ਆ। ਹੁਣ ਆ ਜਿਹੜਾ ਤੁਸੀਂ ਚੌਂਕੜੇ ਮਾਰ ਕੇ ਬੈਠੇ ਨੇ, ਇਹ ਤਾਪ ਆ। ਸੌਖਾ ਥੋੜਾ ਬਹਿਣਾ, ਕਿਤੇ ਲੱਕ ਦੁਖਣ ਲੱਗ ਪੈਂਦਾ, ਵਾਸੀਆਂ ਸਰੀਰ ਦੁਖਦਾ ਵੀ ਉੱਠ, ਮਨ ਕਹਿੰਦਾ ਉੱਠ, ਪਰ ਅੰਦਰ ਭਾਵਨਾ ਕਹਿੰਦੀ ਬਹਿਣਾ ਹੀ ਆ। ਭਾਵੇਂ ਦਰਦ ਪੈ ਰਹੀ, ਲੱਤ ਸੌਂ ਗਈ ਮੇਰੀਆਂ, ਕਈ ਵਾਰੀ ਦੋਵੇਂ ਲੱਤਾਂ ਸੌ ਜਾਂਦੀਆਂ, ਮਾਫ ਕਰੇ, ਕਿਉਂਕਿ ਸਵੇਰੇ ਪਹਿਲਾਂ ਨਿਤਨੇਮ ਕਰਨਾ 3-2:30 ਵਜੇ ਦੇ ਉੱਠੇ ਆ। ਇੱਕ ਦਿਨ ਇਦਾਂ ਹੋਇਆ ਵੀ ਉਧਰੋਂ ਕਥਾ ਦੀ ਸੰਪੂਰਨਤਾ ਹੋ ਗਈ ਤੇ ਲੱਤਾਂ ਦੋਵੇਂ ਸੌ ਗਈਆਂ। ਹੁਣ ਅਰਦਾਸ 'ਚ ਉੱਠਣਾ ਪੈਣਾ, ਸਮਝ ਨਾ ਆਵੇ ਵੀ ਜੇ ਉੱਠੇ ਤੇ ਡਿੱਗ ਪੈਣਾ। ਐਦਾਂ ਵੀ ਹੋ ਜਾਂਦਾ ਕਈ ਵਾਰੀ, ਪਰ ਭਾਵਨਾ ਕਹਿੰਦੀ ਆ ਵੀ ਭਾਵੇਂ ਬੰਦ ਕੱਟਿਆ ਜਾਵੇ, ਗੁਰੂ ਨਾ ਛੱਡੀ, ਭਾਵੇਂ ਆਰੇ ਨਾ ਚੀਰਿਆ ਜਾਈ। ਤੇ ਆਪਾਂ ਪਤਾ ਕਹਾਂਗੇ ਵਾਹਿਗੁਰੂ ਮੇਰਾ ਜੀ ਤੇ ਬੜਾ ਕਰਦਾ ਕਥਾ ਸੁਣੋ, ਮੇਰੀ ਲੱਤ ਦੁਖਦੀ ਆ, ਤੇ ਜੇ ਮੁੜ ਕੇ ਪੈਲਸ 'ਚ ਜਾ ਕੇ ਉਹੀ ਲੱਤ ਰਾਜੀ ਹੋ ਜਾਂਦੀ ਆ। ਆਪੋ ਸਤਨਾਮ। ਆ ਕਈ ਬੁੱਢੇ ਬੀਬੀਆਂ ਜਾਣਗੇ ਨਾ ਬਾਹਰ, ਉੱਥੇ ਵੇਖਿਆ ਇੰਗਲੈਂਡ ਕੈਨੇਡਾ, ਤੇ ਜਿਹੜੇ ਇੱਥੇ ਕਹਿਣਗੇ ਮੇਰਾ ਲੱਕ ਦੁਖਦਾ ਮੇਰੇ ਤੋਂ ਇੱਦਾਂ, ਉੱਥੇ ਕਹਿਣਗੇ ਮੈਨੂੰ ਵੀ ਕੰਮ ਦਵਾ ਦਿਓ ਵੇ, ਮੈਂ ਤੇ ਘਰੇ ਵਿਹਲਾ ਵਾ। ਉਹ ਕਹਿੰਦੇ ਬੀਬੀ ਇੰਨੀ ਜਾਇਦਾਦ ਕਿਉਂ ਬੇਇੱਜ਼ਤੀ ਕਰਾਉਣੀ ਰਿਸ਼ਤੇਦਾਰਾਂ, ਤੈਨੂੰ ਕੰਮ ਲਈ ਸੱਦਿਆ, ਇੱਥੇ ਤੁਸੀਂ ਮਿਲਣ ਆਏ ਆ। ਤੇ ਉਹ ਬੀਬੀਆਂ ਭਾਵੇਂ ਲੜ ਕੇ ਕੰਮ ਲੈਂਦੇ, ਉੱਥੇ ਕਹਿੰਦੇ ਅਸੀਂ ਵੀ ਕੰਮ ਕਰਨਾ। ਉਹ ਕਹਿੰਦੇ 17 ਦਾ ਹੋ ਗਿਆ, ਕਹਿੰਦੇ ਤੁਹਾਡੇ ਤੋਂ ਵੱਧ ਕਰੂੰ ਵੀ, ਜਾਣੀ ਦੂਜੇ ਪਾਸੇ ਨੂੰ ਕਿੰਨੀ ਖਿੱਚ ਆ ਸਾਡੀ। ਤੇ ਗੁਰੂ ਵੱਲ ਨੂੰ ਚੌਰ ਕਹਦੇ, ਕਹਿਣਾ ਮੇਰੇ ਤੇ ਹੱਥ ਹੀ ਨਹੀਂ ਕੰਮ ਕਰਦੇ। ਬਾਬਾ ਜੀ ਮੇਰੇ ਜਾਂ ਕਹੂਗਾ ਹੱਥ ਝੂਠੇ ਆ, ਜਾਂ ਕਹੂਗਾ ਬਾਬਾ ਜੀ ਅਸੀਂ ਪਾਪੀ ਆ, ਅਸੀਂ ਨਹੀਂ ਇੰਨੀ ਜੋਗੇ, ਸੇਵਾ ਤੋਂ ਇੰਨੇ ਝੂਠ ਮਾਰਦਾ, ਅਸੀਂ ਬਾਬਾ ਜੀ ਪਾਪੀ ਆ, ਸਾਡੇ ਹੱਥ ਝੂਠੇ, ਨਹਾਤੇ ਨਹੀਂ ਆ, ਪਤਾ ਨਹੀਂ ਕਿੰਨੇ ਕੁ ਬਹਾਨੇ ਘੜ ਲੈਂਦਾ। ਤੇ ਜਦੋਂ ਮਾਇਆ ਵਾਲਾ ਪਾਸਾ ਹੋਵੇ, ਭਾਵੇਂ ਰਿੜ ਕੇ ਚੱਲ ਜੇ ਤਾਂ ਵੀ ਚੱਲ ਜੂ ਆਪੋ ਸਤਿ। ਤੇ ਮਾਰੇ ਨੇ ਕਿਹਾ ਬੁਰੇ ਕਾਮ ਕੋ ਉਠ ਖਲੋਇਆ, ਨਾਮ ਕੀ ਵੇਲਾ ਪੈ ਸੋਇਆ। ਇਹ ਨਾਮ ਪਰਮੇਸ਼ਰ ਦਾ ਸੌਖਾ ਥੋੜਾ, ਇਹ ਬਾਣੀ ਕਹਿ ਗਈ ਆਖਣ ਔਖਾ ਸੱਚ ਨਾਉ। ਆ ਧਾਨੀ ਆ ਤੁਸੀਂ ਜਿਹੜੇ ਬੈਠੇ, ਮੈਂ ਤੇ ਕਿਹਾ ਧੰਨ ਆ, ਬਹੁਤ ਵੱਡੀ ਕਿਤੇ ਤੁਹਾਡੀ ਬਖਸ਼ਿਸ਼ ਜਾਗੀ ਆ। ਕਈ ਸੰਗਤਾਂ ਵਾਕਈ ਅੰਮ੍ਰਿਤ ਵੇਲੇ ਤੋਂ ਕੀਰਤਨ ਦੀਆਂ ਬੈਠੀਆਂ ਵਿੱਚ, ਸਾਰੀ ਕਥਾ ਵੀ ਸੁਣ ਲਈ। ਤੋ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਭਾਈ ਜਪ ਤਪ ਸੰਜਮ ਹੋਏ ਜਬ, ਕਹਿੰਦੇ ਜਦੋਂ ਤੇਰੇ ਅੰਦਰ ਜਪ ਤਪ ਤੇ ਸੰਜਮ, ਇਹ ਸਾਰੀ ਸ੍ਰਿਸ਼ਟੀ ਦੇ ਨਾਲੋਂ ਥੋੜਾ ਜਿਹਾ, ਹੁਣ ਤੁਸੀਂ ਤਪ ਵੀ ਕੀਤਾ ਜੇ, ਜਪ ਵੀ ਕੀਤਾ ਏ, ਤੇ ਸੰਜਮ ਹੁੰਦਾ ਆਪਣੇ ਆਪ ਨੂੰ ਸੰਭਾਲਣਾ, ਰੋਕਣਾ। ਸੰਜਮ ਦਾ ਸ਼ਬਦ ਹੈ ਨਾ, ਜਿੱਦਾਂ ਗਿਆਨੀ ਜੀ ਉਹਨੂੰ ਪੁੱਛਦੇ ਸੀ, ਹੁਣ ਮੰਨ ਲਓ ਮੇਰਾ ਦਿਲ ਕਰਦਾ ਵਾ ਵੀ ਸ਼ਰਾਬ ਪੀ ਕੇ ਵੇਖਾਂ, ਪਰ ਅੰਦਰ ਕਹਿੰਦਾ ਨਹੀਂ ਨਸ਼ਾ ਵਾ, ਜੀ ਕਰਦਾ ਮਾਸ ਖਾਵਾਂ, ਫਿਰ ਆਖੀਦਾ ਨਹੀਂ ਹੱਤਿਆ ਵਾ। ਇਹ ਸੰਜਮ ਹੈ ਵੀ ਆਪਣਾ ਦਿਲ ਚਾਹੁੰਦਾ ਪਰ ਉਹਨੂੰ ਰੋਕਣਾ। ਮਾਰੇ ਕਹਿੰਦੇ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮ। ਕਹਿੰਦੇ ਕੁਛ ਵੀ ਨਹੀਂ ਕੀਤਾ, ਨਾ ਜਪ ਨਾ ਤਪ ਨਾ ਸੰਜਮ, ਸਾਰੇ ਪੁੱਠੇ ਕੰਮ ਕੀਤੇ ਮਹਾਰਾਜ। ਇੱਥੇ ਮਾਰੇ ਕਹਿੰਦੇ ਜੇ ਕਰ ਲੇਗਾ ਨਾ ਵੀ ਤੂੰ ਬਹਿ ਜਾਏਗਾ, ਸੁਣ ਲੇਗਾ, ਤੇ ਗੁਰੂ ਕੀ ਕਹਿੰਦਾ ਕਮਲ ਬਿਗਸੈ ਮਦ ਆਸਰਮਾਈ, ਕਹਿੰਦੇ ਤੇਰੇ ਹਿਰਦੇ ਦੇ ਵਿੱਚ ਨਾ ਕਮਲ ਖਿੜ ਜੇਗਾ ਕੋ ਸਤਨਾਮ। ਵਾਹਿਗੁਰੂ। ਜਿੱਦਾਂ ਕਮਲ ਦੇ ਵਿੱਚੋਂ ਰਸ ਚੁੰਦਾ, ਐਦਾਂ ਤੇਰੇ ਮੱਥੇ ਤੇ ਤਿਉੜੀ ਖਤਮ ਹੋ ਜਾਣੀ, ਚਿਹਰਾ ਹੱਸਦਾ ਹੱਸਦਾ ਰਹੂ ਸਦਾ ਹੀ। ਹਰ ਕਿਸੇ ਨੂੰ ਤੈਨੂੰ ਜਿਹੜਾ ਮਿਲੂਗਾ ਨਾ, ਇੱਕ ਚੀਜ਼ ਹੋਰ ਵੇਖਿਓ, ਜਿਹੜਾ ਭਾਵਨਾ ਵਾਲਾ ਹੁੰਦਾ, ਬਾਣੀ ਬਾਣੇ ਵਾਲਾ, ਕਿਸੇ ਨੂੰ ਗਲ ਵਕੜੀ ਪਾ ਕੇ ਮਿਲੇ ਨਾ, ਉਹ ਸਾਰਾ ਦਿਨ ਉਹਨੂੰ ਵੀ ਠਾਰ ਦਿੰਦਾ। ਚੰਦਨ ਚਾਂਦਨ ਸਰਦ ਰੁੱਤ, ਮੂਲ ਨ ਮਿਟੇ ਕਾਮ, ਸੀਤਲ ਥੀਵੈ ਨਾਨਕਾ। ਜੇ ਬੰਦੜੋ ਹਰ ਨਾਮ। ਕਹਿੰਦੇ ਚੰਦਨ ਠੰਡਾ ਹੁੰਦਾ, ਤੇ ਚੰਦਨ ਨੂੰ ਸੱਪ ਜਿਹੜਾ ਘੁੱਟ ਕੇ ਗਲਵੱਕੜੀ ਪਾਉਂਦਾ, ਉਹਨੂੰ ਠੰਡ ਪੈਂਦੀ। ਕਹਿੰਦੇ ਜਿਹੜਾ ਬੰਦਾ ਨਿਤਨੇਮੀ ਸੇਵਾ ਸਿਮਰਨ ਵਾਲਾ, ਉਹਨੂੰ ਕਿਤੇ ਗਲੇ ਲਾ ਕੇ ਮਿਲ ਲਓ ਤੇ ਸਾਰਾ ਦਿਨ ਝੂਟੇ ਹੋਣਗੇ। ਤੇ ਜੇ ਕਿਸੇ ਸਾਗਤ ਨੂੰ ਮਿਲ ਗਏ ਤੇ ਸਾੜ ਕੇ ਰੱਖ ਦੂ। ਮਹਾਂਪੁਰਖ ਕਹਿੰਦੇ ਜਿਹੜੀ ਡੱਬੀ ਹੈ ਨਾ, ਡੱਬੀ ਪਹਿਲਾਂ ਆਪਣਾ ਮੂੰਹ ਸਾੜਦੀ ਹੈ ਤੇ ਫਿਰ ਅਗਲੇ ਦੇ ਘਰ 'ਚ ਅੱਗ ਬਾਲਦੀ ਆ। ਇੱਦਾਂ ਹੀ ਜਿਹੜੇ ਸਾਗਤ ਬੰਦੇ ਉਹ ਆਪ ਤੇ ਸੜੇ ਹੁੰਦੇ, ਜਦੋਂ ਦੂਜੇ ਨੂੰ ਵੀ ਉਹ ਲੂ ਕੇ ਰੱਖ ਜਾਂਦੇ ਆ। ਇਸ ਕਰਕੇ ਕਬੀਰ ਸਾਹਿਬ ਨੇ ਆਖਿਆ ਸਾਗਤ ਸੰਗ ਨਾ ਕੀਜੀਏ, ਵੀ ਜਦੋਂ ਉਹ ਜਿਹਾ ਬੰਦਾ ਦਿਸੇ ਤੇ ਦੂਰ ਰਹਿ ਜਾਈਏ। ਭਾਗ ਕਹਿੰਦੇ ਤੂੰ ਰੁਕਣਾ ਤੇ ਕੀ, ਲੁਕਣਾ ਕੀ, ਦੌੜ ਲਾ ਜਾ, ਦੌੜ ਨਿਕਲ ਜਾ। ਤੇ ਸਾਡਾ ਕੀ ਕੰਮ, ਅਸੀਂ ਜਿਹੜਾ ਗੁਰਮੁਖ ਹੁੰਦਾ ਰੱਬ ਦਾ ਪਿਆਰਾ, ਉਹਨੂੰ ਤਾਂ ਅਸੀਂ ਬੁਲਾਉਂਦੇ ਨਹੀਂ, ਉਹਦੇ ਤੇ ਲਾਗੇ ਬਹਿਣ ਤੋਂ ਡਰਦੇ। ਜਿਹੜਾ ਸਾਗਤ ਉਹਨੂੰ ਬਾਜਾਂ ਮਾਰਦੇ, ਆਹ ਪ੍ਰਾਹੁਣਿਆ ਬੱਲੇ ਬੱਲੇ, ਉਹ ਮੈਂ ਤੇ ਤੈਨੂੰ ਸਵੇਰ ਦਾ ਡੀਕਣ ਦਿਆਂ, ਇਸੇ ਕਰਕੇ ਡੀਕਦਾ ਵੀ ਬਹਿ ਜਾ, ਲੋਕਾਂ ਦੀ ਬੈਲ ਤੋਂ ਹੀ ਗਈ ਸਜਾਈ ਵੀ ਬਾਣੀ ਕਿਹਦੀ ਸਾਗਤ ਬੰਦੇ ਤੋਂ ਭਾਜਾ, ਇਹ ਜੱਪੀਆਂ ਪਾਪਾ ਮਿਲਦਾ।
ਤੇ ਜੇ ਕੋਈ ਗੁਰਮੁਖ ਪਿਆਰਾ ਆਉਂਦਾ ਤੇ ਉਹਨੂੰ ਵੇਖ ਕੇ ਪਰੇ ਨੂੰ ਮੂੰਹ ਕਰ ਲੈਂਦਾ। ਮੈਂ ਕਿਹਾ ਪਰੇ ਨੂੰ ਨਾ ਕਰ, ਮੈਂ ਫਤਿਹ ਬੁਲਾਉਣੀ ਹੈ। ਮੁੜ ਕੇ ਕਹਿੰਦਾ ਨਹੀਂ ਨਹੀਂ ਬਾਬਾ ਜੀ ਮੈਂ ਤੇ ਉਦਾਂ ਹੀ। ਮੈਂ ਕਿਹਾ ਪਾਸਾ ਜਿਹਾ ਤੇ ਵੱਡਿਆ ਸੀ ਵੀ ਪਰੇ ਦੀ ਲੰਘ ਜੂ, ਆਪੋ ਸਤਨਾਮ। ਸੋ ਇਸ ਕਰਕੇ ਮਹਾਰਾਜ ਕਹਿੰਦੇ ਐ ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਗੁਰਬਾਣੀ 'ਚ 15 ਸੰਤ ਬੈਠੇ ਆ ਭਗਤ ਜਿਹੜੇ ਐ, ਤੇ ਆਪਾਂ ਵੈਰ ਨਹੀਂ ਕਮਾਉਂਦੇ ਇਹਨਾਂ ਨਾਲ। ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੱਲਦੀ ਦੀ ਆਪਾਂ 2 ਮਿੰਟ ਨਹੀਂ ਬਹਿੰਦੇ। ਤੇ ਬਾਹਰ ਇੱਕ ਬੈਠਾ ਹੁੰਦਾ, ਹੁਣ ਕੀ ਕਹੀਏ, ਜਿਹਨੇ ਕੋਈ ਚੀਜ਼ ਨਹੀਂ ਛੱਡੀ ਉਹਦੇ ਲਾਗੇ ਜਾ ਕੇ ਕੁਰਸੀ ਤੇ ਬਹਿ ਕੇ ਜਿਉਂ ਲੱਗਾ ਗੱਲਾਂ ਕਰਨ 3 ਘੰਟੇ ਬੈਠਾ ਰਿਹਾ। ਤੇ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਤੋਂ ਉਦੋਂ ਹੀ ਉੱਠ ਗਿਆ। ਸੰਤਾਂ ਨਾਲ ਵੈਰ ਕਮਾਉਂਦੇ, ਵੈਰੀ ਹੈ ਵੀ ਗੁਰੂ ਨੂੰ ਗੁਰੂ ਆਵਾਜ਼ਾਂ ਮਾਰਦੇ ਆ ਵੀ ਆਵੋ ਸਿੱਖ ਸਤਿਗੁਰ ਕੇ ਪਿਆਰਿਓ। ਤੇ ਇਹਨੇ ਮੱਥਾ ਵੀ ਨਹੀਂ ਪੂਰਾ ਟੇਕਿਆ, ਸਿਰ ਵੀ ਨਹੀਂ ਥੱਲੇ ਲੱਗਾ, ਬਸ ਐਂ ਜੇ ਕਰਕੇ ਨਿਕਲ ਗਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੁੜ ਜਾ। ਜਦੋਂ ਜੁੜ ਜਾਏਗਾ ਕਮਲ ਦਾ ਫੁੱਲ ਜਿੱਦਾਂ ਰਸ ਚੋਂਦਾ ਏਦਾਂ ਤੇਰਾ ਅੰਦਰ ਠਰ ਜੂ। ਅੱਜ ਸਾਰਿਆਂ ਦੇ ਅੰਦਰ ਤਬਾਹੀ ਆ। ਮੈਂ ਅੱਗੇ ਵੀ ਜ਼ਿਕਰ ਕਰਤਾ ਅੰਮ੍ਰਿਤਾ ਵਿੱਚ ਵੀ, ਖਬਰਾਂ ਵੇਖੋ ਕਿੱਦਾਂ ਦੀਆਂ ਆ ਰਹੀਆਂ। ਪਤੀ ਨੇ ਪਤਨੀ ਮਾਰਤੀ, ਪਤਨੀ ਨੇ ਪਤੀ ਮਰਵਾਤਾ। 2 ਭਰਾ ਲੜਦੇ ਸੀ। ਭੈਣ ਨੇ ਆਖਿਆ ਵੀਰੇ ਤੁਸੀਂ ਸਕੇ ਭਰਾ ਨਾ ਇੱਕ ਦੂਜੇ ਦਾ ਲਹੂ ਜਿਹਨੇ ਕਈ ਮਾਰੀ, ਭੈਣ ਹੀ ਮਾਰਤੀ। ਇੱਕ ਬੱਚੇ ਨੇ 10 ਰੁਪਈਆਂ ਬਦਲੇ ਆਪਣੀ ਮਾਂ ਦੇ ਸਿਰ 'ਚ ਮਾਰ ਕੇ ਮਾਂ ਮਾਰਤੀ। ਇਹ ਆ 4-5 ਦਿਨਾਂ 'ਚ ਖਬਰ ਜਿਹੜੀ ਆ ਰਹੀ। 4 ਦਿਨਾਂ 'ਚ ਅਜੇ ਵੇਖਿਓ ਦੁਨੀਆ ਤੇ ਬਣਦਾ ਕੀ। ਇਹਦਾ ਕਾਰਨ ਪਤਾ ਕੀ ਹੈ? ਮਾਫ ਕਰਿਓ ਬੱਚੇ ਅਸੀਂ, ਤੁਸੀਂ ਸਾਡੇ ਤੋਂ ਵੱਡੇ ਜੇ। ਗੁਰਬਾਣੀ ਗੁਰੂ ਐਵੇਂ ਨਹੀਂ ਸੀ ਦੇ ਕੇ ਗਿਆ, ਸਿਮਰੋ ਸਿਮਰ ਸਿਮਰ ਸੁਖ ਪਾਵੋ ਅੱਗੇ ਕਲ ਕਲੇਸ਼ ਤਨ ਮਾਹੇ ਮਿਟਾਓ। ਜਿਹੜਾ ਨਿਤਨੇਮ ਤੇ ਗੁਰਦੁਆਰਾ ਆਪਾਂ ਨੂੰ ਦਿੱਤਾ ਤੇ ਬਾਣੀ ਕਾਹਦੇ ਲਈ? ਵੀ ਇੱਥੇ ਕਲ ਕਲੇਸ਼ ਖਤਮ ਹੋ ਜੇ। ਬਾਣੀ ਦੇ ਤੇ ਲਾਗੇ ਨਹੀਂ ਆਉਂਦਾ। ਆ ਪਹਿਲੇ ਬਜ਼ੁਰਗ ਹੀ ਆ ਜਿਹੜੇ ਥੋੜਾ ਜਿਹਾ ਸਤ ਸਿਦਕ ਜਿਹਾ ਰੱਖ ਕੇ ਆਉਣ ਵਾਲੀ ਪੀੜ੍ਹੀ ਤੇ ਮੱਥਾ ਨਹੀਂ ਟੇਕਦੀ। ਮਾਰੇ ਨੂੰ ਮੱਥਾ ਟੇਕਣ ਨਹੀਂ ਆਉਂਦੇ ਆ ਜਿਹੜੇ ਮੁੰਡੇ ਕੁੜੀਆਂ ਆਪਣੇ। ਕੁਝ ਕੁ ਬੱਚੇ ਆ ਜਿਨ੍ਹਾਂ ਦੇ ਮਾਂ ਪਿਓ ਜੁੜੇ ਆ, ਥੋੜਾ ਜਿਹਾ ਘਰ 'ਚ ਭਾਵਨਾ, ਨਹੀਂ ਤੇ ਬਾਹਰ ਬੈਠੇ ਰਹਿਣਗੇ। ਉਹਨਾਂ ਨੂੰ ਪਤਾ ਹੀ ਕੋਈ ਨਹੀਂ ਅੰਦਰ ਕੌਣ। ਇਹ ਸੱਚਾਈ ਜੇ। ਇਸ ਚੀਜ਼ ਨੇ ਨੁਕਸਾਨ ਕਰ ਦੇਣਾ ਬਹੁਤ ਜ਼ਿਆਦਾ। ਕਿਉਂਕਿ ਜਿਹੜੀਆਂ ਚੀਜ਼ਾਂ ਆਪਾਂ ਲੱਭਦੇ ਫਿਰਦੇ ਨਾ, ਸਿਆਣਿਆਂ ਨੇ ਕਿਹਾ ਸੀ 100 ਦਵਾ 1 ਘਿਓ, 100 ਚਾਚਾ ਪਿਓ ਪਿਓ ਹੀ ਹੁੰਦਾ। ਤੇ ਆਪਾਂ ਪਿਓ ਗੁਰੂ ਗ੍ਰੰਥ ਸਾਹਿਬ ਨੂੰ ਛੱਡੀ ਜਾਂਦੇ ਆ, ਚਾਚਿਆਂ ਤਾਇਆਂ ਮਗਰ ਤੁਰੇ ਫਿਰਦੇ ਆ। ਤੇ ਇਸ ਕਰਕੇ ਮਹਾਰਾਜ ਕਹਿੰਦੇ ਖਿੜ ਜਾਏਗਾ, ਜੁੜਿਆ ਰਹਿ, ਨਹੀਂ ਤੇ ਸੜ ਜਾਏਗਾ। ਈਸ ਸਪਤਹਰ ਬਾਸਰੋ ਸੰਗ ਰਹੇ, ਤੀਨ ਕੋੜਾ ਨਿਤ ਕਾਲ ਸਾਰੇ। ਕਹਿੰਦੇ ਜੇ ਮਨੁੱਖ 27 ਨਛੱਤਰਾਂ ਵਿੱਚ ਹਰ ਰੋਜ਼ ਪ੍ਰਭੂ ਦਾ ਨਾਮ ਇਕੱਠਾ ਕਰ ਰਹੇ, ਆਪਣੀ ਉਮਰ ਦੀਆਂ 3 ਅਵਸਥਾ, ਬਾਲਪਨ, ਜਵਾਨੀ, ਬੁਢੇਪਾ, ਇਹਨਾਂ ਤਿੰਨਾਂ ਦੇ ਵਿੱਚ ਹੀ ਪਰਮੇਸ਼ਰ ਚੇਤੇ ਰੱਖੇ। ਬਹੁਤੇ ਲੋਕ ਸਾਰੀ ਜ਼ਿੰਦਗੀ ਨਹੀਂ ਆਉਂਦੇ। ਜਦੋਂ ਬਜ਼ੁਰਗ ਹੋ ਜਾਂਦੇ ਨਾ, ਇੱਥੇ ਕਈਆਂ ਨੂੰ ਵੇਖੀਦਾ ਉਹ ਚੱਕ ਕੇ ਲਿਆਉਂਦੇ ਬੀਬੀ ਬਾਪੂ। 2 ਜਣਿਆਂ ਨੇ ਉੱਧਰੋਂ ਫੜਿਆ ਹੁੰਦਾ, ਉੱਧਰੋਂ। ਮੈਂ ਕਿਹਾ ਵੀ ਇੰਨੀ ਤੰਗੀ ਨੂੰ ਘਰੇ ਰਹਿਣ ਦਿਓ। ਕਹਿੰਦੇ ਨਹੀਂ ਜੀ ਪਾਪਾ ਜੀ, ਕਹਿੰਦੇ 10 ਦਿਨ ਹੋ ਗਏ ਮੈਂ ਮੱਥਾ ਟੇਕਣਾ। ਤੇ ਜਦੋਂ ਟਾਈਮ ਸੀ ਉਦੋਂ ਕਹਿੰਦਾ ਇਹ ਬਾਬਾ ਵੱਢਣ ਵਾਲਾ ਹੀ। ਇਹ ਗੁਰਦੁਆਰੇ ਜਿਹੜੇ ਨਾ, ਇਹ ਸਾਧ ਫਲਾਣ ਢੀਂਗ ਬੜੀ ਨਿੰਦਿਆ ਕੀਤੀ ਬਾਣੀ ਕਥਾ ਕੀਰਤਨ ਨੂੰ। ਤੇ ਹੁਣ ਜਦੋਂ ਪਤਾ ਲੱਗਾ ਵੀ ਹੁਣ ਅਗਲਾ ਬਣਾਉਂਦੀ ਤਾਂ ਹੁਣ ਕਹਿੰਦਾ ਮੱਥਾ ਟਿਕਾ ਕੇ ਲਿਆਓ। ਆਪਣੇ ਤੇ ਜੇ ਹੋਰ ਫਰਕ। ਮੈਂ ਪਟਿਆਲੇ ਵੱਲ ਗਿਆ ਤੇ ਉੱਥੇ ਡੈਥ ਹੋਈ ਕਿਸੇ ਦੀ ਰਿਸ਼ਤੇਦਾਰੀ। ਤੇ ਉਹ ਜਦੋਂ ਨਵਾ ਧਵਾ ਕੇ ਚੱਲੇ ਤੇ ਗੁਰਦੁਆਰੇ ਲਈ ਜਾਣ, ਮੈਂ ਕਿਹਾ ਮੜੀਆਂ ਤੇ ਇੱਧਰ ਆ, ਇਹ ਕਿੱਧਰ ਚੱਲੇ ਆ? ਤੇ ਇੱਕ ਕਹਿੰਦਾ ਜੀ ਸਾਡੇ ਰਿਵਾਜ ਹੈ ਜੇ ਮਰੇ ਨੂੰ ਮੱਥਾ ਟਿਕਾਉਂਦੇ। ਮੈਂ ਗੱਲ ਸੁਣ ਲਓ ਵੀ ਜਦੋਂ ਟਾਈਮ ਸੀ ਟੇਕਣ ਦਾ ਉਦੋਂ ਆਇਆ ਨਹੀਂ ਹੂੰ, ਤੇ ਹੁਣ ਇਹਨੂੰ ਮੱਥਾ ਟਿਕਾ ਲਓ। ਕਿਤੇ ਮਿੱਟੀ ਨੂੰ ਮੱਥਾ, ਜਿਹੜੀ ਰੂਹ ਉੱਥੇ ਚਲੇ ਗਈ ਹੈ। ਤੇ ਪਖੰਡ ਸਾਰੇ ਸਾਡੇ ਕੋਲੇ, ਇੰਨੇ ਗੁਰਦੁਆਰੇ, ਇੰਨੀ ਕਥਾ ਕੀਰਤਨ ਹੁੰਦੇ ਆ, ਕਮਾਲ ਹੈ। ਮਰੇ ਬੰਦੇ ਦੇ ਅੱਗੇ ਦਾਣੇ ਰੱਖੇ ਆ ਵੀ ਉਹਨੇ ਰੋਟੀਆਂ ਲਾਉਣੀਆਂ, ਉਹਦੇ ਉੱਤੇ ਫਿਰ ਮੱਥਾ ਵੀ ਟੇਕਦੇ ਪੈਸਿਆਂ ਦਾ, ਵੀ ਉਹਨੂੰ ਖਰਚਾ ਪਾਣੀ ਦੇਣਾ, ਵੀ ਰਾਹ 'ਚ ਟਿਕਟ ਲਾ ਲੂਗਾ, ਹੈ ਨਾ। ਇਸ ਪਖੰਡ ਆ ਗਿਆ ਨਹੀਂ ਜੀ ਸਾਰਾ ਇਹ। ਜਿਉਂਦੇ ਨੂੰ ਦਾਣੇ ਦਿਓ। ਬੀਬੀ ਰੋਟੀਆਂ ਮੰਗਦੀ ਮਰ ਗਈ, ਸਾਰਿਆਂ ਕਿਸੇ ਨੇ 2 ਨਹੀਂ ਦਿੱਤੀਆਂ ਹੈ। ਅੱਜ ਥਾਲੀ ਭਰ ਕੇ ਦਾਣੇ ਦੇ ਰੱਖੀ।
ਉਦੋਂ ਵਿਚਾਰੀ ਕਹਿੰਦੀ ਪੁੱਤ 100 ਰੁਪਈਆ ਦੇ ਦੇ, ਦਵਾਈ ਮੁੱਕੀ। ਕਹਿੰਦਾ ਚਪੇੜਾ ਨਾ ਖਾ ਲਈ। ਅੱਜ ਉਹਦੀ ਬਰਾਤ 'ਚ ਪੈਸਿਆਂ ਦਾ ਢੇਰ ਲੱਗਾ ਹੈ। ਜਿੱਦਣੋਂ ਕਹਿੰਦੀ ਮੇਰਾ ਸੂਟ ਪੱਟ ਆਵੇ, ਕਿਤੇ ਮੈਨੂੰ 200 ਦਾ ਹੀ ਲੈ ਦੇ। ਕਹਿੰਦਾ ਫੋਨ ਨਾ ਕਰੀ, ਮੈਂ ਅੱਗੇ ਦੁਖੀ, ਜਦੋਂ ਮਰ ਗਈ ਤੇ ਉੱਤੇ ਲੋਈ ਲਈ ਫਿਰੇ 85 ਲੋਈਆਂ ਲੈ ਕੇ। ਮਾਰੇ ਸੱਚੇ ਪਾਤਸ਼ਾਹ ਕਹਿੰਦੇ ਦੁਨੀਆ ਸਮਝ ਨਹੀਂ ਸਕਦੀ ਸਾਡੀ। ਜਿੰਨਾ ਮਰਜ਼ੀ ਸਿਰ ਕਪਾ ਲੋ, ਇਹਨਾਂ ਹਨੇਰੇ 'ਚ ਜਾਣਾ। ਤੁਮਾਰੇ ਸੱਚੇ ਪਾਤਸ਼ਾਹ ਕਹਿੰਦੇ ਜਵਾਨੀ, ਬੁਢੇਪਾ ਤੇ ਬਚਪਨ ਤਿੰਨੇ ਅਵਸਥਾ 'ਚ ਚੇਤੇ ਰੱਖ। 10 18 ਮੈਂ ਪਰੰਪਰੋ ਚੀਨੇ, ਕਹੇ ਨਾਨਕ ਇਵ ਏਕ ਤਾਰੈ। 4 ਵੇਦ 6 ਸ਼ਾਸਤਰ 18 ਪੁਰਾਣ, ਇਹ ਸਾਰੇ ਧਰਮ ਦੇ ਗ੍ਰੰਥ ਨੇ। ਪ੍ਰਭੂ ਪਰਮਾਤਮਾ ਜੀ ਕਹਿੰਦੇ ਮੈਂ ਖੋਜ ਕੇ ਵੇਖਿਆ, ਇੱਕ ਪਰਮੇਸ਼ਰ ਕੀ ਹੈ, ਨਾਨਕ ਇਵ ਏਕ ਤਾਰੈ। ਕਹਿੰਦੇ ਸਾਰੇ ਗ੍ਰੰਥਾਂ ਨੇ ਇੱਕੇ ਨੇ ਗੱਲ ਕੀਤੀ, ਸਿਮਰਤ ਵੇਦ ਪੁਰਾਣ ਪੁਕਾਰਨ, ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਕਹਿੰਦੇ ਨਾਮ ਤੋਂ ਬਿਨਾ ਕੁਛ ਨਹੀਂ ਇੱਥੇ ਹੈਗਾ। ਭਾਈ ਨਾਮ ਜਪਿਆ ਕਰੋ, ਭੁੱਲਾਂ ਚੁੱਕਾਂ ਮਾਫ ਕਰਿਓ। ਸਤਿਗੁਰਾਂ ਦੀ ਸਿਫਤ ਕਰਦਿਆਂ ਬੱਚੇ ਆਪ ਸੰਗਤਾਂ ਨੇ ਲੰਮੇ ਸਮੇਂ ਤੋਂ ਹਾਜ਼ਰੀ ਭਰੀ ਹੈ। ਗੁਰੂ ਅਰਜਨ ਸਾਹਿਬ ਝੋਲੀ ਭਰਨ ਜੀ, ਸਤਿਗੁਰੂ ਦਇਆ ਕਰੇ। ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਨਾਮ ਜਪਾਵੋ, ਆਪਣਾ 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 ਨਾਮ ਜਪਾਵੋ। ਦੇਵੋ ਆਪਣਾ ਨਾਮ, ਦੇਵੋ ਆਪਣਾ ਨਾਮ, ਦੇਹੋ ਆਪਣਾ ਨਾਮ, ਦੇਹੋ ਆਪਣਾ ਨਾਮ। ਕਰ ਬੰਦੇ ਤੂੰ ਬੰਦਗੀ, ਕਰ ਬੰਦੇ ਤੂੰ ਬੰਦਗੀ, ਕਰ ਬੰਦੇ ਤੂੰ ਬੰਦਗੀ, ਕਰ ਬੰਦੇ ਤੂੰ ਬੰਦਗੀ। ਜਿਜਰ ਘਟ ਮੈਂ ਸਾਹ, ਜਿਜਰ ਘਟ ਮੈਂ ਸਾਹ, ਜਿਚਰ ਘਟ ਮੈਂ ਸਾਹ, ਜਿਚਰ ਘਟ ਮੈਂ ਸਾਹ। ਕਰ ਬੰਦੇ ਤੂੰ ਬੰਦਗੀ, ਕਰ ਬੰਦੇ ਤੂੰ ਬੰਦਗੀ, ਕਰ ਬੰਦੇ ਤੂੰ ਬੰਦਗੀ, ਕਰ ਬੰਦੇ ਤੂੰ ਬੰਦਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।